ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਮਿਸ਼ੀਗਨ ਦੇ ਕੈਂਟਨ ਸ਼ਹਿਰ ਦੇ ਵਿੱਚ ਇਕੱਠੇ ਹੋਏ ਹਾਂ, ਜਿਹੜਾ ਇੰਡੀਆ ਦੇ ਵਿੱਚ ਫਾਰਮਰਸ ਪ੍ਰੋਟੈਸਟ ਕਰ ਰਹੇ ਨੇ। ਉਸ ਦੇ ਸੰਦਰਭ ਦੇ ਵਿੱਚ ਅਸੀਂ ਉਹਨਾਂ ਦੀ ਸਪੋਰਟ ਦੇ ਵਿੱਚ ਇੱਥੇ ਮਿਸ਼ੀਗਨ ਦੇ ਵਿੱਚ ਇਕੱਠੇ ਹੋਏ ਹਾਂ ਅਤੇ ਅਸੀਂ ਉਸ ਬਾਰੇ ਗੱਲ ਕਰਨਾ ਚਾਹੁੰਦੇ ਹਾਂ ਕਿ ਜੋ ਉੱਥੇ ਇੰਡੀਆ ਦੇ ਵਿੱਚ ਇਸ ਵਕਤ ਪ੍ਰੋਟੈਸਟ ਚੱਲ ਰਿਹਾ ਵਾ, ਜਿਹਦੇ ਵਿੱਚ ਪੰਜਾਬ ਮੋਹਰੀ ਹੋ ਕੇ, ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਪੰਜਾਬ ਹਮੇਸ਼ਾ ਹੀ ਮੋਹਰੀ ਰਿਹਾ। ਜਦੋਂ ਵੀ ਕੁਰਬਾਨੀਆਂ ਦੀ ਗੱਲ ਆਈ ਆ, ਜਦੋਂ ਵੀ ਕਿਸੇ ਵੀ ਚੀਜ਼ ਦੀ ਗੱਲ ਆਈ ਆ, ਤਾਂ ਪੰਜਾਬੀਆਂ ਨੇ ਹਮੇਸ਼ਾ ਪਹਿਲ ਕੀਤੀ ਆ ਅਤੇ ਮੋਹਰੀ ਹੋ ਕੇ ਜੰਗਾਂ ਲੜਿਆ। ਹਰ ਇੱਕ ਜਦੋਂ ਵੀ ਕੋਈ ਇਨਸਾਫ ਦੀ ਜੰਗ ਲੜਨੀ ਹੁੰਦੀ ਆ ਤਾਂ ਪੰਜਾਬ ਹਮੇਸ਼ਾ ਮੋਹਰੀ ਹੁੰਦਾ। ਅਤੇ ਅੱਜ ਸਾਡੇ ਵੀਰ ਭੈਣ ਬਜ਼ੁਰਗ ਸਾਰੇ ਉੱਥੇ ਪ੍ਰੋਟੈਸਟ ਦੇ ਵਿੱਚ ਦਿੱਲੀ ਪਹੁੰਚੇ ਹੋਏ ਨੇ ਅਤੇ ਉਹ ਜਿਹੜੇ ਉੱਥੇ ਬੈਠੇ ਨੇ, ਅਸੀਂ ਸਿਰਫ ਇਹ ਅੱਜ ਦਾ ਜਿਹੜਾ ਇਕੱਠ ਆ ਇਹ ਸਿਰਫ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਦਿਲਾਂ ਦੇ ਵਿੱਚ ਆ ਕਿ ਅਸੀਂ ਉਹਨਾਂ ਦੀ ਹੈਲਪ ਕਰੀਏ। ਅਸੀਂ ਉੱਥੇ ਪਰ ਜਾ ਨਹੀਂ ਸਕਦੇ। ਜਦੋਂ ਤੁਸੀਂ ਉੱਥੇ ਜਾ ਨਹੀਂ ਸਕਦੇ ਹੁੰਦੇ ਤਾਂ ਤੁਸੀਂ ਉਹਦੀ ਹੈਲਪ ਕਰਨਾ ਚਾਹੁੰਦੇ ਹੁੰਦੇ ਹੋ ਤਾਂ ਉਹ ਤੁਹਾਡੇ ਦਿਲ ਦੇ ਉੱਤੇ ਕੀ ਬੀਤਦੀ ਹੈ ਤੁਸੀਂ ਉਹ ਜਾਣਦੇ ਹੁੰਦੇ ਹੋ, ਕਿਉਂਕਿ ਤੁਹਾਡੇ ਮਨ ਦੇ ਵਿੱਚ ਹੁੰਦਾ ਕਿਵੇਂ ਨਾ ਕਿਵੇਂ ਉੱਥੇ ਪਹੁੰਚੀਏ, ਇਸ ਸੰਘਰਸ਼ ਦੇ ਵਿੱਚ ਹਿੱਸਾ ਪਾਈਏ। ਅਤੇ ਅੱਜ ਜਦੋਂ ਅਸੀਂ ਦੇਖਦੇ ਹਾਂ, ਵੀਡੀਓਜ਼ ਦੇਖਦੇ ਹਾਂ, ਕਿਵੇਂ ਸਾਡੇ ਕਿਸਾਨਾਂ ਦੇ ਉੱਤੇ, ਮਜ਼ਦੂਰਾਂ ਦੇ ਉੱਤੇ ਇਹ ਜ਼ਾਲਮ ਸਰਕਾਰ ਆ ਜਿਹੜੀ ਇਹ ਤਸ਼ੱਦਦ ਕਰ ਰਹੀ ਆ, ਬਜ਼ੁਰਗਾਂ ਦੇ ਲਾਠੀ ਚਾਰਜ ਹੋ ਰਿਹਾ ਵਾ, ਉਸ ਚੀਜ਼ ਨੂੰ ਦੇਖ ਕੇ ਲੂਹ ਖੰਡੇ ਖੜੇ ਹੁੰਦੇ ਆ ਅਤੇ ਜੀ ਕਰਦਾ ਕਿ ਅਸੀਂ ਇੱਥੇ ਪਹੁੰਚੀਏ, ਪਰ ਅਸੀਂ ਨਹੀਂ ਜਾ ਸਕਦੇ। ਪਰ ਜਿਸ ਤਰੀਕੇ ਨਾਲ ਵੀ ਅਸੀਂ ਉੱਥੇ ਪਹੁੰਚ ਸਕਦੇ ਹਾਂ, ਆਪਦੇ ਮਨੋਂ, ਚਾਹੇ ਫੇਸਬੁੱਕ ਦੇ ਜ਼ਰੀਏ, ਟਵਿੱਟਰ ਦੇ ਜ਼ਰੀਏ, ਇੰਸਟਾਗ੍ਰਾਮ ਦੇ ਜ਼ਰੀਏ, ਸੋਸ਼ਲ ਮੀਡੀਆ ਰਾਹੀਂ ਅਸੀਂ ਉੱਥੇ ਪਹੁੰਚਦੇ ਹਾਂ ਅਤੇ ਜੋ ਵੀ ਅਸੀਂ ਇਸ ਸੰਘਰਸ਼ ਦੇ ਵਿੱਚ ਹੈਲਪ ਕਰ ਸਕਦੇ ਹਾਂ ਉਹ ਅਸੀਂ ਕਰਨਾ ਚਾਹੁੰਦੇ ਹਾਂ। ਅਤੇ ਮੇਰੇ ਖਿਆਲ ਨਾਲ ਅਸੀਂ ਹੀ ਨਹੀਂ, ਹਰ ਇੱਕ ਇਨਸਾਨ, ਇਕੱਲਾ ਇੱਕ ਇੰਡੀਅਨ ਜਿਹੜਾ ਇੱਥੇ ਬੈਠਾ, ਜਿਸ ਨੂੰ ਦਰਦ ਆ ਇਨਸਾਨੀਅਤ ਦਾ ਅਤੇ ਉਸ ਨੂੰ ਪਤਾ ਲੱਗਦਾ ਕਿ ਕੀ ਹੋ ਰਿਹਾ, ਕਿਵੇਂ ਸਰਕਾਰ ਇੱਕ ਇਨਸਾਨੀਅਤ ਦਾ ਕਤਲ ਕਰ ਰਹੀ ਆ ਭਾਰਤ ਦੇ ਵਿੱਚ। ਇੱਕ ਸ਼ਾਂਤਮਈ ਰੋਸ ਦੇ ਲਈ ਗਏ ਹੋਏ ਕਿਸਾਨਾਂ ਨੂੰ ਕਿਸ ਤਰੀਕੇ ਨਾਲ ਕੁੱਟਿਆ ਜਾ ਰਿਹਾ, ਕਿਸ ਤਰੀਕੇ ਨਾਲ ਪਾਣੀ ਦੀਆਂ ਵਿਛਾੜਾਂ ਕੀਤੀਆਂ ਜਾ ਰਹੀਆਂ ਨੇ, ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਰੋਕਿਆ ਜਾ ਰਿਹਾ, ਵੱਡੇ ਵੱਡੇ ਪੱਥਰ ਲਾ ਕੇ। ਇਹ ਉਹੀ ਕੌਮ ਆ ਜਿਹੜੀ ਮਹਾਤਮਾ ਗਾਂਧੀ ਜਦੋਂ ਰੋਸ ਮਾਰਚ ਕਰਦਾ ਸੀਗਾ ਤਾਂ ਉਹਦੇ ਲਈ ਇਹਨਾਂ ਦੀ ਬਾਣੀ ਅਲੱਗ ਹੁੰਦੀ ਸੀ, ਅਤੇ ਜੇ ਅੱਜ ਇੱਕ ਪੰਜਾਬ ਦਾ ਕਿਸਾਨ ਉੱਧਰ ਨੂੰ ਰੋਸ ਮਾਰਚ, ਸ਼ਾਂਤਮਈ ਰੋਸ ਮਾਰਚ ਕਰਨ ਜਾ ਰਿਹਾ ਤਾਂ ਉਹਨਾਂ ਦੇ ਪ੍ਰਤੀ ਇਹਨਾਂ ਦਾ ਨਜ਼ਰੀਆ ਹੋਰ ਆ। ਅਤੇ ਹੁਣ ਇਹ ਜਿਹੜੀ ਸਰਕਾਰ ਆ, ਇਹ ਇਸ ਕਿਸਾਨ ਮੋਰਚੇ ਨੂੰ ਨਵੀਂ ਰੰਗਤ ਦੇਣ ਦੇ ਲਈ, ਜੇ ਪੰਜਾਬ 'ਚੋਂ ਜਿਹੜੀ ਆਵਾਜ਼ ਉੱਠਦੀ ਆ ਉਹਨੂੰ ਖਾਲਿਸਤਾਨੀ, ਯੂਪੀ 'ਚੋਂ ਉੱਠਦੀ ਆ ਉਹਨੂੰ ਨਕਸਲੀ ਲਹਿਰ ਕਹਿ ਕੇ ਜਾਂ ਕੋਈ ਵੀ ਹੋਰ ਨਾਮ ਦੇ ਕੇ ਇਸ ਨੂੰ ਆਤੰਕ ਦਾ ਚਿਹਰਾ ਬਣਾ ਦੇਣਾ ਚਾਹੁੰਦੀ ਆ, ਤਾਂ ਕਿ ਜਿਹੜੀ ਇੱਕ ਆਮ ਪਬਲਿਕ ਆ, ਜਿਹੜੀ ਸ਼ਹਿਰਾਂ ਦੇ ਵਿੱਚ ਰਹਿੰਦੀ ਹੋਈ ਪਬਲਿਕ ਆ ਇੰਡੀਆ ਦੀ, ਉਹਨਾਂ ਨੂੰ ਲੱਗੇ ਕਿ ਇਹ ਗਲਤ ਨੇ। ਸੋ ਮੇਰੇ ਖਿਆਲ ਨਾਲ ਜਿਹੜਾ ਇਹ ਪੰਜਾਬ ਤੋਂ ਤੁਰ ਕੇ 25 ਤਰੀਕ ਤੋਂ ਲੈ ਕੇ ਅੱਜ ਤੱਕ ਦਿੱਲੀ ਪਹੁੰਚੇ ਹੋਏ ਨੇ, ਉਹਨਾਂ ਨੇ ਦਿਖਾ ਦਿੱਤਾ ਕਿ ਜੇ ਸਾਨੂੰ ਰੋਕਣ ਦੀ ਕੋਸ਼ਿਸ਼ ਕਰੋਗੇ ਤਾਂ ਸਾਡੇ ਵਿੱਚ ਜੋਸ਼ ਵੀ ਇੰਨਾ ਵਾ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਬੈਰੀਕੇਡ ਲਾ ਲਓ, ਕੋਈ ਰੁਕਾਵਟਾਂ ਪਾ ਲਓ, ਜੇ ਅਸੀਂ ਤੁਰੰਤ ਤੇ ਆ ਗਏ ਤਾਂ ਅਸੀਂ ਲਾਲ ਕਿਲ੍ਹੇ 'ਤੇ ਚੜ੍ਹ ਜਾਣਾ। ਪਰ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਨੇ ਇੱਕ ਜਗ੍ਹਾ ਦੇ ਉੱਤੇ ਬੈਠ ਕੇ ਸ਼ਾਂਤਮਈ ਢੰਗ ਨਾਲ ਇਹ ਵੀ ਸਾਬਤ ਕਰਤਾ ਕਿ ਸਾਡੇ ਵਿੱਚ ਜੋਸ਼ ਦੇ ਨਾਲ ਨਾਲ ਹੋਸ਼ ਵੀ ਹੈਗਾ ਵਾ, ਕਿਉਂਕਿ ਜੋਸ਼ ਦੇ ਨਾਲ ਲੜਾਈ ਜਿੱਤੀ ਨਹੀਂ ਜਾ ਸਕਦੀ। ਇਸ ਵਕਤ ਜਿਹੜੇ ਉੱਥੇ ਪੰਜਾਬੀ ਬੈਠੇ ਨੇ ਬੜੇ ਹੀ ਹੋਸ਼ ਦੇ ਵਿੱਚ ਬੈਠੇ ਨੇ, ਅਤੇ ਹੁਣ ਜਿਹੜੀ ਲੜਾਈ ਆ, ਇਸ ਵਕਤ ਜਿਹੜੀ ਲੜਾਈ ਸ਼ੁਰੂ ਹੋਈ ਆ, ਉਹਦੇ ਵਿੱਚ ਸਾਡੀ ਸਾਰਿਆਂ ਦੀ ਲੋੜ ਆ, ਕਿਉਂਕਿ ਜੋਸ਼ ਵਾਲੀ ਲੜਾਈ ਉਹ ਲੜ ਸਕਦੇ ਸੀਗੇ, ਪਰ ਜਦੋਂ ਹੁਣ ਹੋਸ਼ ਦੀ ਲੜਾਈ ਲੜਨ ਦੀ ਗੱਲ ਹੋ ਰਹੀ ਆ ਤਾਂ ਇਹਦੇ ਵਿੱਚ ਟਾਈਮ ਵੀ ਲੱਗ ਸਕਦਾ। ਇਹਦੇ ਵਿੱਚ ਹੋ ਸਕਦਾ ਫੈਸਲਾ ਕੱਲ੍ਹ ਨੂੰ ਹੋ ਜੇ, ਹੋ ਸਕਦਾ ਫੈਸਲਾ 6 ਮਹੀਨੇ ਨੂੰ ਹੋਵੇ, ਹੋ ਸਕਦਾ ਫੈਸਲਾ ਸਾਲ ਨੂੰ ਹੋਵੇ। ਅਤੇ ਜਦੋਂ ਲੜਾਈ ਲੰਬੀ ਹੁੰਦੀ ਆ, ਫਿਰ ਸਭ ਤੋਂ ਜਿਹੜੀ ਮਾਰ ਇਨਸਾਨ ਨੂੰ ਪੈਂਦੀ ਆ, ਜਿਹੜੇ ਉੱਥੇ ਲੜਾਈ ਲੜ ਰਹੇ ਹੁੰਦੇ ਨੇ, ਉਹ ਹੈਗੀ ਆ ਆਰਥਿਕ। ਅਸੀਂ ਸਾਰੇ ਉਸ ਲੜਾਈ ਲਈ ਤਿਆਰ ਹਾਂ। ਆਰਥਿਕ ਤੌਰ 'ਤੇ ਮੇਰੇ ਖਿਆਲ ਨਾਲ ਪੰਜਾਬੀਆਂ ਨੂੰ ਕੋਈ ਮਾਰ ਨਹੀਂ ਸਕਦਾ, ਕਿਉਂਕਿ ਅੱਜ ਤੱਕ ਜਦੋਂ ਵੀ ਕਿਤੇ ਪੈਸੇ ਦੀ ਗੱਲ ਆਈ ਆ, ਪੰਜਾਬੀਆਂ ਨੇ ਪਤਾ ਨਹੀਂ ਲੱਖਾਂ ਕਰੋੜਾਂ ਰੁਪਈਆ ਇੰਡੀਆ ਨੂੰ ਭੇਜਤਾ।
ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਵਿੱਚ ਇੱਥੇ ਜਿਹੜੇ ਪੰਜਾਬੀ NRI ਬੈਠੇ ਨੇ ਉਹਨਾਂ ਦਾ ਬੜਾ ਵੱਡਾ ਹੱਥ ਆ, ਬੜਾ ਪੈਸਾ ਇਹਨਾਂ ਨੇ ਉੱਥੇ ਭੇਜਿਆ। ਸੋ ਅਸੀਂ ਉਸ ਆਰਥਿਕ ਲੜਾਈ ਲਈ ਤਿਆਰ ਹਾਂ, ਪਰ ਨਾਲ ਨਾਲ ਮੇਰੇ ਖਿਆਲ ਨਾਲ ਅਸੀਂ ਸਾਰੇ ਬੈਠੇ ਸਲਾਹ ਕਰਦੇ ਸੀ ਵੀ ਹੋਰ ਕੀ ਹੋ ਸਕਦਾ। ਕਿਸੇ ਵੀਰ ਨੇ ਕਿਹਾ, ਬਹੁਤ ਹੀ ਵਧੀਆ ਗੱਲ ਕਹੀ, ਕਹਿੰਦੇ ਬਈ ਜਦੋਂ ਹੁਣ 6-6 ਮਹੀਨੇ ਦੀ ਲੜਾਈ ਹੋ ਗਈ, ਜਿਹੜੇ ਹਰ ਪਿੰਡ ਦੇ ਵਿੱਚੋਂ ਜੱਟ ਆਏ ਹੋਏ ਨੇ, ਜ਼ਿਮੀਂਦਾਰ ਆਏ ਹੋਏ ਨੇ, ਮਜ਼ਦੂਰ ਆਏ ਹੋਏ ਨੇ, ਸੋ ਪਿੱਛੇ ਜ਼ਮੀਨਾਂ ਦੀ ਦੇਖਭਾਲ ਕਰਨ ਵਾਲੇ ਥੋੜ੍ਹੇ ਨੇ। ਜਦੋਂ ਲੰਬੇ ਹੋ ਗਏ, ਲੰਬੀ ਲੜਾਈ ਚੱਲ ਪਈ, ਫਿਰ ਪਿੱਛੇ ਜਿਹੜੀ ਆਪਾਂ ਨੂੰ ਦੇਖਣਾ ਪੈਣਾ, ਆਪਾਂ ਨੂੰ ਹਰ ਇੱਕ ਨੂੰ ਆਪਣੇ ਆਪਣੇ ਪਿੰਡ ਦੇਖਣਾ ਪੈਣਾ ਕਿ ਸਾਡੇ ਪਿੰਡ ਦੇ ਆਹ 5 ਕਿਸਾਨ ਆ ਜਿਹੜੇ ਇਹ ਦਿੱਲੀ ਬੈਠੇ ਨੇ ਪਿਛਲੇ 3 ਮਹੀਨਿਆਂ ਤੋਂ, ਇਹਨਾਂ ਦੀ ਪਿਛਲੀ ਜਿਹੜੀ ਜ਼ਮੀਨ ਸਾਂਭਣ ਦਾ, ਇਹਨਾਂ ਦੀ ਜਿਹੜੀ ਉਹਦੇ ਵਿੱਚ ਫਸਲ ਬੀਜਣੀ ਆ, ਵਾਹੁਣ ਦਾ, ਕੱਟਣ ਦਾ, ਇਹ ਆਪਾਂ ਨੂੰ ਜ਼ਿੰਮੇਵਾਰੀਆਂ ਲੈਣੀਆਂ ਪੈਣੀਆਂ ਨੇ ਤੇ ਅਸੀਂ ਸਾਰੇ ਲੈਣ ਨੂੰ ਤਿਆਰ ਵੀ ਹਾਂ। ਸੋ ਮੈਂ ਸਿਰਫ ਅੱਜ ਦੀ ਜਿਹੜੀ ਇਹ ਮੀਟਿੰਗ ਆ, ਇਹਦਾ ਸਿਰਫ ਇੰਨਾ ਹੀ ਕਹਿਣ ਦਾ ਮਤਲਬ ਸੀ ਕਿ ਅਸੀਂ ਇੱਥੇ ਦੂਰ ਬੈਠੇ ਜੇ ਸਰੀਰਕ ਤੌਰ ਤੇ ਉੱਥੇ ਨਹੀਂ ਪਹੁੰਚ ਸਕਦੇ, ਸਾਡੇ ਮਨ ਉੱਥੇ ਹੀ ਨੇ। ਅਸੀਂ ਰਾਤ ਨੂੰ ਜੇ 12 ਵਜੇ ਜਾਗ ਆਉਂਦੀ ਆ, ਸਭ ਤੋਂ ਪਹਿਲਾਂ ਨਿਊਜ਼ ਹੀ ਦੇਖੀਦੀ ਆ ਯਾਰ ਉੱਥੇ ਕੀ ਹੋ ਗਿਆ। ਜੇ ਸਵੇਰੇ 5 ਵਜੇ ਜਾਗ ਆਉਂਦੀ ਆ, ਫਿਰ ਵੀ ਅਸੀਂ ਇਹੀ ਦੇਖੀਦਾ ਯਾਰ ਪਿੱਛੇ ਕੀ ਹੋ ਗਿਆ। ਜਿਹੜਾ ਬੰਦਾ ਜਿਹਨੂੰ ਇੰਡੀਆ 'ਚ ਜਾਣਦਾ, ਫੋਨ ਕਰਕੇ ਸਿਰਫ ਇੱਕੋ ਗੱਲ ਪੁੱਛ ਰਿਹਾ, ਕੀ ਬਣਿਆ ਦਿੱਲੀ ਦਾ, ਕੀ ਬਣਿਆ, ਕੋਈ ਫੈਸਲਾ ਆਇਆ, ਉਹਨਾਂ ਨੇ ਕੁਝ ਕੀਤਾ। ਤੇ ਇੱਥੇ ਮੈਂ ਹੁਣ ਆਪਣਾ ਕਰਤਾਰ ਸਿੰਘ, ਪਲੀਜ਼ ਮੈਂ ਕਰਤਾਰ ਸਿੰਘ ਜੀ ਨੂੰ ਕਹੂੰਗਾ ਕਿ ਉਹ ਵੀ ਆ ਕੇ ਆਪਦੇ 4 ਸ਼ਬਦ ਕਹਿਣ ਤੇ ਫਿਰ ਆਪਾਂ ਗੱਲ ਇਹ ਇਸੇ ਤਰ੍ਹਾਂ ਮੀਟਿੰਗ ਜਾਰੀ ਰੱਖਾਂਗੇ। ਗੁਰੂ ਘਰ ਦੇ ਵਿੱਚ ਸਾਰੇ ਕਿਸਾਨਾਂ ਦਾ ਜੋ ਦੁੱਖ ਦਰਦ ਲੈ ਕੇ ਆਏ ਆ, ਇਹ ਧੰਨਤਾ ਦੇ ਯੋਗ ਨੇ। ਆਓ ਚੜ੍ਹਦੀ ਕਲਾ ਦੇ ਲਈ ਸਭ ਤੋਂ ਪਹਿਲਾਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬੁਲੰਦ ਕੀਤਾ ਹੋਇਆ ਨਾਅਰਾ ਬੁਲਾਈਏ। ਸਾਰੇ ਮੇਰੇ ਵੀਰ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸਮਾਂ ਚੱਲ ਰਿਹਾ ਹੈ, ਜਿੱਦਾਂ ਮੇਰੇ ਵੀਰ ਦਵਿੰਦਰ ਨੇ ਸਾਰੀ ਗੱਲ ਆਪ ਜੀ ਨਾਲ ਕੀਤੀ ਹੈ ਕਿ ਕਿਸਾਨ ਅੱਜ ਜਾਗਿਆ ਪਰ ਬੜਾ ਲੇਟ ਜਾਗਿਆ। ਆਲਮੋਸਟ 70 ਸਾਲ ਹੋ ਗਏ ਨੇ ਸਾਨੂੰ ਸਰਕਾਰਾਂ ਲੁੱਟਦੀਆਂ ਆ ਰਹੀਆਂ ਨੇ, ਪਰ ਅਸੀਂ ਆਪਣੀਆਂ ਫੋਕੀਆਂ ਚੌਧਰਾਂ ਦੇ ਕਾਰਨ ਆਪਣਾ ਸਾਰਾ ਕੁਝ ਲੁਟਾ ਲਿਆ। ਇਸ ਹਰੀ ਕ੍ਰਾਂਤੀ ਨੇ ਸਾਨੂੰ ਮਾਰ ਲਿਆ। ਇਸ ਹਰੀ ਕ੍ਰਾਂਤੀ ਦਾ ਸਾਨੂੰ ਫਾਇਦਾ ਨਹੀਂ, ਨੁਕਸਾਨ ਹੋਇਆ। ਸਾਡੇ ਪਾਣੀ ਜ਼ਹਿਰੀਲੇ ਹੋ ਗਏ, ਸਾਡੀ ਹਵਾ ਜ਼ਹਿਰੀਲੀ ਹੋ ਗਈ, ਸਾਡੇ ਪੱਲੇ ਕੱਖ ਨਹੀਂ ਰਿਹਾ। ਤੇ ਹੁਣ ਜਦੋਂ ਸਾਡੇ ਗਲਾਵੇਂ ਨੂੰ ਹੱਥ ਪੈ ਗਿਆ, ਅਗਲਿਆਂ ਨੇ ਸਾਹ ਸਾਡਾ ਲੈਣਾ ਬੰਦ ਕਰ ਦਿੱਤਾ ਤੇ ਫਿਰ ਸਾਨੂੰ ਇਹ ਕਦਮ ਉਠਾਉਣੇ ਪਏ। ਤੇ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ, ਜਦੋਂ ਇਹ ਕਾਨੂੰਨ ਬਣੇ, ਇਹ ਨਹੀਂ ਹੈ ਵੀ ਇਹਨਾਂ ਲੋਕਾਂ ਨੂੰ ਅਕਾਲੀ ਹੋਣ, ਕਾਂਗਰਸੀ ਹੋਣ, ਇਹਨਾਂ ਨੂੰ ਇਹ ਨਹੀਂ ਪਤਾ ਵੀ ਮਤਲਬ ਕੀ ਹੋ ਰਿਹਾ। ਸਾਰਾ ਪਤਾ ਹੈ, ਸਾਰਾ ਪਤਾ ਹੈ। ਜਦੋਂ ਇਹ ਕਾਨੂੰਨ ਬਣਦੇ ਆ, ਜਦੋਂ ਅਕਾਲੀਆਂ ਨੇ ਇਹਨਾਂ ਦੇ ਸੈਲੋ ਬਣਾਏ, ਬਾਨੀਆਂ ਡਾਨੀਆਂ ਦੇ ਜਿਹੜੇ ਵੱਡੇ, ਕੀ ਗੱਲ ਜ਼ਮੀਨਾਂ ਅਕਵਾਇਰ ਕਰਕੇ ਉਹਨਾਂ ਨੂੰ ਦਿੱਤੀਆਂ, ਕਾਂਗਰਸ ਨੇ ਵੀ ਦਿੱਤੀਆਂ। ਇਹਨਾਂ ਨੂੰ ਬਿੱਲਾਂ ਬਾਰੇ ਸਾਰਾ ਪਤਾ ਸੀ, ਪਰ ਇਹ ਕਿਸਾਨਾਂ ਦਾ ਨਜਾਇਜ਼ ਫਾਇਦਾ ਇਹ ਸਰਕਾਰਾਂ ਨੇ ਉਠਾਇਆ ਤੇ ਇਹਨਾਂ ਦੇ ਨਾਲ ਦਗੇ ਕੀਤੇ। ਹੁਣ ਜਦੋਂ ਇਹ ਕਾਨੂੰਨ ਬਣੇ ਤੇ ਬੀਬੀ ਹਰਸਿਮਰਤ ਬਾਦਲ ਦਾ ਸਾਰਾ ਪਰਿਵਾਰ, ਈਵਨ ਵੱਡਾ ਬਾਦਲ ਵੀ, ਇਹ ਕਿਹਾ ਕਿ ਇਹ ਬਿੱਲ ਤੁਹਾਡੇ ਲਈ ਬਹੁਤ ਚੰਗੇ ਨੇ, ਬਹੁਤ ਚੰਗੇ ਨੇ। ਤੇ ਜਦੋਂ ਕਿਸਾਨ ਸਿੱਧਾ ਹੋ ਪਿਆ, ਹੁਣ ਕਿਸਾਨਾਂ ਦੇ ਪੁੱਤ ਪੜ੍ਹੇ ਲਿਖੇ ਨੇ, ਕਿਸਾਨ ਪੜ੍ਹੇ ਲਿਖੇ ਨੇ, ਕਿਸਾਨ ਸਾਰੀ ਗੱਲ ਸਮਝਦੇ ਨੇ ਤੇ ਹੁਣ ਬੇਵਕੂਫ ਬਣਾਉਣਾ ਇਹਨਾਂ ਦੇ ਵੱਸ ਦੀ ਗੱਲ ਨਹੀਂ। ਇੱਕ ਗੱਲ ਕਿਸਾਨ ਕਹਿੰਦੇ ਨੇ ਕਿ ਸਾਡੇ ਵਾਸਤੇ ਬਿੱਲ ਚੰਗੇ ਨਹੀਂ, ਸਾਡੇ ਵਾਸਤੇ ਬਿੱਲ ਮਾੜੇ ਨੇ। ਉਹ ਕਹਿੰਦੇ ਤੁਹਾਡੇ ਲਈ ਚੰਗੇ ਨੇ। ਹੈ ਵੇਖੋ ਗਜਬ ਦੀ ਗੱਲ ਵੀ ਸਾਨੂੰ ਜਿਹਨੂੰ ਚੀਜ਼ ਮਿਲ ਰਹੀ ਉਹ ਕਹਿੰਦਾ ਮੈਂ ਨਹੀਂ ਲੈਣੀ, ਮੇਰੇ ਵਾਸਤੇ ਠੀਕ ਨਹੀਂ। ਉਹ ਧੱਕੇ ਨਾਲ ਆਖੀ ਜਾਂਦੇ ਤੇਰੇ ਲਈ ਠੀਕ ਆ, ਤੇਰੇ ਲਈ ਚੰਗੀ ਆ। ਇਹ ਕੋਈ ਹੈ ਧੱਕਾ ਜੋਰੀ, ਡਿਕਟੇਟਰਸ਼ਿਪ ਹੈ। ਸੋ ਇਹ ਨਹੀਂ ਹੋਣੀ ਚਾਹੀਦੀ। ਸੋ ਕਿਸਾਨ ਜਿਹੜਾ ਇਹ ਹੁਣ ਮਰਨ ਮਾਰਨ ਤੇ ਉਤਰ ਆਇਆ, ਤੇ ਉਤਰੇ ਵੀ ਕਿਉਂ ਨਾ, ਕਿਉਂਕਿ ਹੁਣ ਦਿਸਦਾ ਹੈ ਕਿ ਐਂਡ ਹੋ ਗਿਆ, ਅੰਤ ਹੋ ਗਿਆ। ਹੁਣ ਇਹ
ਛੋਟੇ ਤੋਂ ਲੈ ਕੇ ਵੱਡੇ ਵਪਾਰੀ ਜਿਹੜੇ ਨੇ ਉਹ ਵੀ ਇਹਦੀ ਲਪੇਟ ਵਿੱਚ ਆਉਣਗੇ। ਜੇ ਕਿਸਾਨ ਹੈ ਤੇ ਸਾਰਾ ਛੋਟਾ ਤਬਕਾ ਜਿਹੜਾ ਤਬਕਾ ਹੈ ਉਹ ਹੈਗਾ ਮਿਡਲ ਕਲਾਸ ਵਾਲੇ ਜਿਹੜੇ ਲੋਕ ਨੇ, ਜਿਨ੍ਹਾਂ ਦੀਆਂ ਛੋਟੀਆਂ-ਛੋਟੀਆਂ ਦੁਕਾਨਾਂ ਨੇ, ਜਿਨ੍ਹਾਂ ਦੇ ਛੋਟੇ-ਛੋਟੇ ਕਾਰੋਬਾਰ ਨੇ, ਜਿਨ੍ਹਾਂ ਦੇ ਛੋਟੇ-ਛੋਟੇ ਬਿਜ਼ਨਸ ਨੇ। ਜਦੋਂ ਇਹਨਾਂ ਬਾਨੀਆਂ ਡਾਨੀਆਂ ਦੇ ਹੱਥ, ਜਦੋਂ ਇਹਨਾਂ ਨੇ ਵੱਡੇ-ਵੱਡੇ 20-20 ਹਜ਼ਾਰ ਦੇ ਜਿਹੜੇ ਆ ਇਕੱਠੇ ਬਣਾ ਕੇ ਇਹਨਾਂ ਨੇ ਜ਼ਮੀਨ ਦੇ ਜਿਹੜੇ ਉਹ ਖਰੀਦ ਕੇ ਤੇ ਵੱਡੇ ਮਾਲਾਂ ਦੇ ਵਿੱਚ ਇੱਕ ਥਾਂ ਤੋਂ ਸਾਰੀਆਂ ਚੀਜ਼ਾਂ ਆਪਾਂ ਨੂੰ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਤੇ ਫਿਰ ਨਿੱਕੀਆਂ ਦੁਕਾਨਾਂ ਤੇ ਕੌਣ ਜਾਊਗਾ? ਉਹ ਸਾਰੇ ਮਾਰੇ ਜਾਣਗੇ। ਇੱਕ ਕਿਸਾਨ ਆਪਣਾ ਟਰੈਕਟਰ ਲੈ ਕੇ ਪਿੰਡ ਵਾਲੇ ਅੱਡੇ ਦੇ ਉੱਤੇ ਲੈ ਕੇ ਜਾਂਦਾ, ਮੇਰਾ ਟਰੈਕਟਰ ਠੀਕ ਕਰ ਦੇ, ਮੇਰੀ ਆਹ ਚੀਜ਼ ਵਿਗੜੀ ਆ ਠੀਕ ਕਰ ਦੇ, ਫਿਰ ਉਦੋਂ ਅਜਿਹਾ ਨਹੀਂ ਹੋਣਾ। ਇਸ ਕਰਕੇ ਇਹ ਇਕੱਲਾ ਕਿਸਾਨਾਂ ਦਾ ਘੋਲ ਨਹੀਂ ਹੈ, ਇਹ ਸਾਡਾ ਸਾਰਾ ਪੰਜਾਬ ਵਰਗ, ਭਾਵੇਂ ਉਹ ਵਪਾਰੀ ਨੇ, ਭਾਵੇਂ ਉਹ ਦੁਕਾਨਦਾਰ ਨੇ, ਭਾਵੇਂ ਉਹ ਰੇਹੜੀਆਂ ਵਾਲੇ ਨੇ, ਭਾਵੇਂ ਕੋਈ ਵੀ ਨੇ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇਸ ਵਕਤ ਕਿਸਾਨਾਂ ਦੇ ਨਾਲ ਡਟ ਕੇ ਖੜੇ ਹੋਈਏ। ਕਿਸਾਨਾਂ ਦੀ ਜਿਹੜੀ ਆ ਤਨ ਮਨ ਧਨ ਦੇ ਨਾਲ ਅਸੀਂ ਜਿਹੜੀ ਆ ਸਪੋਰਟ ਕਰੀਏ। ਇਹ ਵਕਤ ਕਿਸੇ ਦੇ ਪਿਓ ਦਾ ਨਹੀਂ ਤੇ ਇਸ ਕਰਕੇ ਇਹ ਵਕਤ ਆਉਂਦੇ ਜਾਂਦੇ ਨੇ। ਇਸ ਕਰਕੇ ਸਾਨੂੰ ਸਾਰਿਆਂ ਨੂੰ, ਜੋ ਕਿਸਾਨਾਂ ਦਾ ਉੱਥੇ ਆਪਾਂ ਦੇਖਦੇ ਹਾਂ ਕਿ ਪ੍ਰੋਟੈਸਟ ਪਹਿਲਾਂ 2 ਮਹੀਨੇ ਰੇਲ ਗੱਡੀਆਂ ਦੇ ਉੱਤੇ ਬਹਿ ਕੇ ਕਿਸੇ ਦੀ ਵੀ ਇੱਕ ਵੀ ਉਂਗਲ ਤੇ ਕੋਈ ਝਰੀਟ ਨਹੀਂ ਆਈ, ਕਿਸੇ ਸੰਪਤੀ ਦਾ ਨੁਕਸਾਨ ਨਹੀਂ ਹੋਇਆ। ਸ਼ਾਂਤਮਈ ਜੋ ਧਰਨਾ ਕਿਸਾਨਾਂ ਨੇ ਦਿੱਤਾ ਉਹਦਾ ਨਜਾਇਜ਼ ਫਾਇਦਾ ਇਹਨਾਂ ਸਰਕਾਰਾਂ ਨੇ ਉਠਾਇਆ। ਇੱਕ ਮੀਟਿੰਗ ਕੀਤੀ, ਪਹਿਲੀ ਮੀਟਿੰਗ 'ਚ ਮਖੌਲ ਕੀਤੇ ਤੇ ਦੂਸਰੀ ਮੀਟਿੰਗ ਦੇ ਵਿੱਚ 6-7 ਘੰਟੇ ਲਾਲੀਪੌਪ ਦਿਖਾਏ ਤੇ ਹੁਣ ਜਦੋਂ ਅਗਲਿਆਂ ਨੇ 26-27 ਤਰੀਕ ਨੂੰ ਆਪਣਾ ਦਿੱਲੀ ਜਾਣਾ ਮੰਨ ਲਿਆ ਤੇ ਫਿਰ ਇਹ ਕਹਿੰਦੇ 3 ਦਸੰਬਰ ਨੂੰ ਮੀਟਿੰਗ। ਪਹਿਲਾਂ ਕਿਉਂ ਨਹੀਂ ਰੱਖੀ ਜਾ ਸਕਦੀ? ਸਿਰਫ ਉਲਝਾਉਂਦੇ ਨੇ, ਇਹਨਾਂ ਨੇ ਮੰਨਣਾ ਕੋਈ ਨਹੀਂ। ਹੁਣ ਆਰ ਪਾਰ ਦੀ ਲੜਾਈ ਜਿਹੜੀ ਆ ਇਹ ਕਿਸਾਨਾਂ ਨੂੰ ਜਿਹੜੀ ਉਹ ਕਰਨੀ ਉਹ ਪੈਣੀ ਆ ਤੇ ਪਤਾ ਨਹੀਂ ਸਮਾਂ ਕਿੰਨਾ ਲੱਗੇ। ਇਸ ਕਰਕੇ ਕਿਸਾਨਾਂ ਨੂੰ, ਕਿਸਾਨ ਸਾਰੇ ਇਹ ਨਹੀਂ ਕਹਿੰਦੇ ਅਸੀਂ ਵੀ ਤਗੜੇ ਹੀ ਨੇ, ਬਹੁਤ ਸਾਰੇ ਕਿਸਾਨਾਂ ਦੇ ਉੱਤੇ ਕਰਜ਼ਾ ਹੈ। ਸੋ ਸਾਡਾ NRI ਵੀਰਾਂ ਸਾਰਿਆਂ ਦਾ ਸਾਡਾ ਫਰਜ਼ ਬਣਦਾ ਕਿ ਜਿੱਦਾਂ ਕਿੱਦਾਂ ਵੀ ਹੋਵੇ ਅਸੀਂ ਜਿੰਨੀ ਵੀ ਕਰ ਸਕਦੇ ਹਾਂ ਉਹਨਾਂ ਕਿਸਾਨਾਂ ਦੀ ਜਿਹੜੀ ਆ ਦਿਲ ਖੋਲ੍ਹ ਕੇ ਮਦਦ ਕਰੀਏ ਤੇ ਹਰ ਲੋੜਵੰਦ ਦੇ ਕੋਲ ਇਹ ਮਦਦ ਪਹੁੰਚੇ। ਕਿਉਂਕਿ ਜੇ ਉੱਥੇ ਜਾ ਕੇ ਅਸੀਂ ਪਾਣੀ ਦੀਆਂ ਵਿਛਾੜਾਂ ਨਹੀਂ ਖਾ ਸਕਦੇ, ਉੱਥੇ ਜਾ ਕੇ ਅਸੀਂ ਅਥਰੂ ਗੈਸ ਦੇ ਗੋਲੇ ਆਪਣੀਆਂ ਅੱਖਾਂ 'ਤੇ ਨਹੀਂ ਵਜਾ ਸਕਦੇ ਤੇ ਘੱਟੋ ਘੱਟ ਇੱਥੇ ਅਸੀਂ ਆਪਣੀ ਮਿਹਨਤ ਦਾ ਥੋੜ੍ਹਾ ਬਹੁਤਾ ਦਸਵੰਧ ਕੱਢੀਏ। ਗੁਰੂ ਘਰਾਂ ਲਈ ਦਿੰਦੇ ਹਾਂ, ਹੋਰਨਾਂ ਥਾਵਾਂ 'ਤੇ ਦਿੰਦੇ ਹਾਂ, ਸਾਡੀਆਂ ਜ਼ਮੀਨਾਂ ਉੱਥੇ ਨੇ, ਸਾਡੀ ਜਾਇਦਾਦ ਉੱਥੇ ਹੈ, ਤੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਉਹਨਾਂ ਦੀ ਮਾਲੀ ਸਹਾਇਤਾ ਜਿਹੜੀ ਆ ਕਿਸਾਨਾਂ ਦੀ ਜ਼ਰੂਰ ਕੀਤੀ ਜਾਵੇ। ਸੋ ਅਸੀਂ ਸਾਰੇ ਇੱਥੇ ਮਿਚੀਗਨ ਦੇ ਵਿੱਚ ਮੇਰੇ NRI ਵੀਰ ਭਰਾ ਸਾਰੇ ਅਸੀਂ ਇੱਥੇ ਇਕੱਠੇ ਖੜੇ ਹਾਂ ਤੇ ਸਾਡੇ ਸਾਰਿਆਂ ਦੀ ਸਪੋਰਟ ਜਿਹੜੀ ਆ ਇਹਨਾਂ ਕਿਸਾਨਾਂ ਦੇ ਨਾਲ ਹੈ ਤੇ ਅਸੀਂ ਜੋ ਵੀ ਸਾਨੂੰ ਕੋਈ ਡਿਊਟੀ ਲਾਵੇਗਾ ਅਸੀਂ ਜਿਹੜਾ ਹੈ ਉਹ ਇਹਨਾਂ ਦਾ ਅਸੀਂ ਸਪੋਰਟ ਜਿਹੜੀ ਆ ਪੂਰੀ ਆਪਣੇ ਤਨ ਮਨ ਧਨ ਦੇ ਨਾਲ ਕਰਾਂਗੇ। ਕਿਉਂਕਿ ਸਾਨੂੰ 47 ਤੋਂ ਲੈ ਕੇ ਹੁਣ ਤੱਕ ਇਕੱਲਾ ਲੁੱਟਿਆ ਹੀ ਗਿਆ। ਕਿਸੇ ਨੇ ਸਾਨੂੰ ਵਾਅਦੇ ਕੀਤੇ ਕਿ ਤੁਹਾਡਾ ਆਜ਼ਾਦ ਖਿੱਤਾ ਹੋਵੇਗਾ, ਪਰ ਸਾਨੂੰ ਆਜ਼ਾਦ ਖਿੱਤਾ ਨਹੀਂ ਮਿਲਿਆ ਤੇ ਕਿਸੇ ਨੇ ਆਖਿਆ ਵੀ ਤੁਸੀਂ ਇਸ ਤਰ੍ਹਾਂ ਕਰ ਲਓ, ਉਸ ਤਰ੍ਹਾਂ ਕਰ ਲਓ, ਸਿਰਫ ਲੁਝਾਇਆ ਗਿਆ, ਸਾਨੂੰ ਕੁਝ ਵੀ ਨਹੀਂ ਮਿਲਿਆ ਤੇ ਸਿੱਖਾਂ ਨੂੰ ਸਿਰਫ ਤੇ ਸਿਰਫ ਜਲਾਲਤ ਮਿਲੀ ਹੈ ਹੁਣ ਤੱਕ। ਤੇ ਇਹ ਜਲਾਲਤ ਜਿਹੜੀ ਸਾਡੇ ਜਿਹੜੇ ਚੌਧਰੀ ਨੇ ਅੱਗੇ ਜਿਨ੍ਹਾਂ ਨੂੰ ਅਸੀਂ ਵਾਰ-ਵਾਰ ਵੋਟਾਂ ਪਾ ਕੇ ਜਿਤਾਉਂਦੇ ਆ, ਉਹਦੇ ਵਿੱਚ ਕਸੂਰ ਸਾਡਾ ਵੀ ਆ ਕਿਉਂਕਿ ਅਸੀਂ ਬੰਦੇ ਨੂੰ ਪਛਾਣਦੇ ਨਹੀਂ ਤੇ ਜਿਨ੍ਹਾਂ ਨੇ ਸਾਨੂੰ ਲੁੱਟਿਆ ਉਹਨਾਂ ਨੂੰ ਅਸੀਂ ਵੋਟਾਂ ਪਾ ਕੇ ਫਿਰ ਆਪਣੇ ਸਿਰਾਂ ਤੇ ਬਹਾਉਂਦੇ ਆ ਤੇ ਫਿਰ 5 ਸਾਲ ਅਸੀਂ ਕੁੱਟ ਖਾਂਦੇ ਆ। ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਵੋਟ ਆਪਣੀ ਸੋਚ ਸਮਝ ਕੇ ਵੀਰੋ ਪਾਇਆ ਕਰੋ। ਬੋਤਲ ਤੇ ਪਕੌੜਿਆਂ ਤੇ ਚਾਹ ਤੇ ਨਾ ਮਰ ਜਾ ਕਰੋ ਯਾਰ। ਘੱਟੋ ਘੱਟ ਜੇ ਇਹ ਕਰੋੜਾਂ ਰੁਪਏ ਬਣਾਉਂਦੇ ਨੇ, ਜੇ ਤੁਸੀਂ ਵਿਕਣਾ ਹੀ ਆ, ਜੇ ਤੁਸੀਂ ਆਪਣੀ ਜ਼ਮੀਰ ਮਾਰਨੀ ਆ। ਪਹਿਲਾਂ ਤਾਂ ਕਹਿੰਦਾ ਵੀ ਜ਼ਮੀਰ ਜਿਹੜੀ ਆ ਮਰੀ ਵਾਲਾ ਜਿਹੜਾ ਬੰਦਾ ਵਾ ਉਹ ਜੀਂਦਾ ਨਹੀਂ ਹੁੰਦਾ ਤੇ ਜ਼ਮੀਰਾਂ ਨੂੰ ਜੇ ਤੁਸੀਂ ਮਾਰਨਾ ਤੇ ਘੱਟੋ ਘੱਟ ਆਪਣੇ ਪਰਿਵਾਰ ਲਈ 7-8 ਲੱਖ ਰੁਪਈਆ ਤੇ ਯਾਰ ਮੰਗਿਆ ਕਰੋ ਵੀ ਤੁਹਾਡਾ ਵੀ ਕੁਝ ਹੋ ਜਾਵੇ। ਤੇ ਮਤਲਬ ਜੇ ਉਹ ਇੰਨੇ ਬਣਾਉਂਦੇ ਨੇ ਤੇ ਤੁਹਾਡਾ ਵੀ ਕੁਝ ਹੋ ਜਾਵੇ ਤੇ ਜ਼ਮੀਰ ਪਕੌੜਿਆਂ ਤੇ ਕਾਹਨੂੰ ਮਾਰਦੇ ਜੇ, 500-700 ਹਜ਼ਾਰ 2000 ਤੇ ਕਾਹਨੂੰ ਮਾਰਦੇ ਜੇ। ਪਰ ਅਜਿਹਾ ਕਰਨਾ ਸਾਨੂੰ ਮਹਿੰਗਾ ਪੈ ਰਿਹਾ ਹੁਣ ਜੋ ਸਾਡੀ ਹਾਲਤ ਹੋ ਰਹੀ ਹੈ ਸਾਨੂੰ ਪਤਾ। ਇਸ ਕਰਕੇ ਅੱਗੇ ਤੋਂ ਜਿਹੜੀਆਂ ਅਗਲੇ ਸਰਕਾਰਾਂ ਬਣਾਉਣਗੇ ਸੋਚ ਸਮਝ ਕੇ ਬਣਾਉਣਾ ਤੇ ਇੰਨੀਆਂ ਹੀ ਬੇਨਤੀਆਂ ਦੇ ਨਾਲ ਦਾਸ ਖਿਮਾ ਦਾ ਜਾਚਕ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਬਹੁਤ ਧੰਨਵਾਦ ਕਰਤਾਰ ਸਿੰਘ ਜੀ। ਇੱਕ ਗੱਲ ਦੀ ਬੜੀ ਖੁਸ਼ੀ ਆ ਕਿ ਅੱਜ ਪੰਜਾਬ ਦਾ ਹਰ ਕਿਸਾਨ ਆ ਜਿਹੜਾ ਉਹ ਹਰ ਗੱਲ ਨੂੰ ਸਮਝਦਾ, ਉਹਨੂੰ ਬੇਵਕੂਫ ਬਣਾਉਣਾ ਹੁਣ ਕੋਈ ਇੰਨਾ ਸੌਖਾ ਨਹੀਂਗਾ। ਲੀਡਰ ਜਦੋਂ ਗੱਲ ਕਰਦੇ ਨੇ, ਜਦੋਂ ਆਪਾਂ ਦੇਖਦੇ ਹਾਂ ਕਿ ਉੱਥੇ ਇੰਟਰਵਿਊਜ਼ ਹੋ ਰਹੀਆਂ ਨੇ, ਲੀਡਰਸ ਦੀਆਂ ਹੋ ਰਹੀਆਂ ਨੇ, ਅਤੇ ਜਿਹੜਾ ਮੀਡੀਆ ਜਿਹੜਾ ਵਿਕਿਆ ਹੋਇਆ ਮੀਡੀਆ ਹੁੰਦਾ, ਉਹ ਜਿਹੜੇ ਵਿਚਾਰੇ ਉੱਥੇ ਭੋਲੇ ਭਾਲੇ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਆਏ ਹੁੰਦੇ ਨੇ, ਉਹਨਾਂ ਨੂੰ ਕੋਈ ਇਹੋ ਜਿਹੇ ਕੁਐਸਚਨ ਕਰਦੇ ਨੇ ਕਿ ਇਹ ਕੁਛ ਗਲਤ ਕਹਿ ਦੇਵੇ ਅਤੇ ਬਸ ਇਹਨੂੰ ਅਸੀਂ ਹਾਈਲਾਈਟ ਕਰ ਦਈਏ ਕਿ ਆਹ ਦੇਖੋ ਜੀ ਇਹ ਤਾਂ ਇਹ ਕਰ ਰਹੇ ਨੇ। ਪਰ ਸਾਨੂੰ ਬੜੀ ਖੁਸ਼ੀ ਆ ਕਿ ਹੁਣ ਜਿਸ ਨੂੰ ਵੀ ਉਹ ਕੁਐਸਚਨ ਕਰਦੇ ਆ, ਹਰ ਕੋਲੇ ਬੜਾ ਹੀ ਐਜੂਕੇਟਡ ਆਨਸਰ ਆ। ਇਹ ਬਹੁਤ ਵਧੀਆ ਗੱਲ ਆ। ਇਹ ਸੋਸ਼ਲ ਮੀਡੀਆ ਦੀ ਦੇਣ ਆ ਕਿ ਹਰ ਕੋਲੇ ਹਰ ਤਰ੍ਹਾਂ ਦਾ ਮਟੀਰੀਅਲ ਪਹੁੰਚ ਰਿਹਾ, ਅਤੇ ਉਹ ਆਪ ਜੇ ਪੜ੍ਹਨਾ ਨਹੀਂ ਆਉਂਦਾ, ਸੁਣ ਕੇ ਜਿਹੜੀ ਭਾਸ਼ਾ 'ਚ ਆਉਂਦਾ, ਹਰ ਭਾਸ਼ਾ ਦੇ ਵਿੱਚ ਲੋਕ ਦੱਸਦੇ ਨੇ ਜਿਹੜੇ ਬੁੱਧੀਜੀਵੀ ਨੇ ਕਿ ਕੀ ਹੋ ਰਿਹਾ, ਕੀ ਇਹ ਬਿੱਲ ਨੇ, ਕੀ ਇਹਨਾਂ ਦਾ ਫਾਇਦਾ, ਕੀ ਇਹਨਾਂ ਦਾ ਨੁਕਸਾਨ ਆ। ਚਲੋ, ਅਤੇ ਹੁਣ ਮੈਂ ਹੈਰੀ ਸੰਧੂ ਜੀ, ਪਲੀਜ਼ ਤੁਸੀਂ ਵੀ ਦੋ ਸ਼ਬਦ, ਇਹ ਸਿਆਸੀ ਤੌਰ 'ਤੇ ਵੀ ਤੁਸੀਂ ਇੰਡੀਆ ਦੇ ਵਿੱਚ ਕਾਫੀ ਵਿਚਰੇ ਹੋ, ਅਤੇ ਮੇਰੇ ਖਿਆਲ ਨਾਲ ਅੱਜ ਤੁਸੀਂ ਜਿਹੜੀ ਵੀ ਪਾਰਟੀ ਦੇ ਵਿੱਚ ਸੀਗੇ ਉਹਨੂੰ ਜਣ ਦੀ ਕੋਸੋਂ ਗਈ, ਪਰ ਦੋ ਸ਼ਬਦ ਜ਼ਰੂਰ ਕਹੋ। ਥੈਂਕ ਯੂ। ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਕੱਤਰ ਹੋਏ ਸਾਰੇ ਇਲਾਕੇ ਦੇ ਪਤਵੰਤੇ ਸੱਜਣ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕਿਸਾਨੀ ਸੰਘਰਸ਼ ਆ ਦਵਿੰਦਰ, ਤੁਸੀਂ ਵੀ ਅਤੇ ਮੈਂ ਵੀ, ਤੁਹਾਡਾ ਪਰਿਵਾਰ, ਅਸੀਂ ਇੱਕੋ ਹੀ ਪਾਰਟੀ ਦੇ ਵਿੱਚ ਉੱਥੇ ਵਿਚਰਦੇ ਰਹੇ ਹਾਂ। ਪਰ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਕਿਸਾਨ ਮਜ਼ਦੂਰ ਕਲਪ ਰਿਹਾ ਆਪਣੇ ਹੱਕਾਂ ਦੇ ਲਈ, ਉਹਦੇ ਵਿੱਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਹੀ ਪਿੰਡਾਂ ਦੇ ਲੋਕ ਇਕਮੁੱਠ ਹੋ ਕੇ, ਇਕਜੁੱਟ ਹੋ ਕੇ ਸੰਘਰਸ਼ ਕਰ ਰਹੇ ਨੇ, ਅਤੇ ਅਸੀਂ ਵੀ ਸਾਰੇ ਆਓ ਸੰਕਲਪ ਕਰੀਏ ਕਿ ਉਸ ਸੰਦਰਭ ਦੇ ਵਿੱਚ ਉਹਨਾਂ ਦਾ ਸਾਥ ਦੇਈਏ। ਔਰ ਰਹੀ ਗੱਲ ਕਾਨੂੰਨ ਜਿਹੜੇ ਬਣੇ ਨੇ, ਹਿੰਦੁਸਤਾਨ ਦੁਨੀਆ ਦੀ ਸਭ ਤੋਂ ਵੱਡੀ ਡੈਮੋਕਰੇਸੀ ਹੈ, ਔਰ ਡੈਮੋਕਰੇਸੀ ਦੇ ਵਿੱਚ ਜਦੋਂ ਸਰਕਾਰਾਂ ਕਾਨੂੰਨ ਬਣਾਉਂਦੀਆਂ ਨੇ, ਉਹ ਲੋਕਾਂ ਦੇ ਭਲੇ ਲਈ ਬਣਾਉਂਦੀਆਂ ਨੇ, ਲੋਕ ਹਿੱਤ ਦੇ ਵਿੱਚ ਬਣਾਉਂਦੀਆਂ ਨੇ। ਔਰ ਜਿਹੜੇ ਪੁਰਾਣੇ ਡਿਕਟੇਟਰਸ਼ਿਪ ਵੇਲੇ ਦੇ ਕਾਨੂੰਨ ਬਣੇ ਹੋਏ ਨੇ, ਉਹਨਾਂ ਨੂੰ ਰੱਦ ਕਰਕੇ ਨਵੇਂ ਸੁਧਾਰ ਲੈ ਕੇ ਆਉਂਦੇ ਨੇ। ਅਤੇ ਅਗਰ ਜਿਹੜਾ ਖੇਤੀ ਬਿੱਲ ਜੱਟਾਂ ਨੂੰ ਨਹੀਂ ਰਾਸ ਆ ਰਿਹਾ, ਨਹੀਂ ਜ਼ਿਮੀਂਦਾਰ ਮੰਨਦੇ ਕਿ ਸਾਡੇ ਹਿੱਤ ਵਿੱਚ ਨਹੀਂ, ਤਾਂ ਸਾਡੀ ਪੁਰਜ਼ੋਰ ਇਹ ਮੰਗ ਆ ਕਿ ਉਹਨੂੰ ਵਿਚਾਰਿਆ ਜਾਵੇ, ਔਰ ਛੇਤੀ ਤੋਂ ਪਹਿਲਾਂ ਜਿੰਨੀ ਵੀ ਜਲਦੀ ਹੋ ਸਕੇ, ਤਾਂ ਕਿ ਜਾਨੀ ਨੁਕਸਾਨ ਨਾ ਹੋਣ ਕਿਸਾਨਾਂ ਦੇ। ਸਰਕਾਰਾਂ ਨੂੰ ਬੇਨਤੀ ਹੈ ਕਿ ਉਹਨਾਂ ਦੀ ਗੱਲ ਸੁਣੀ ਜਾਵੇ, ਔਰ ਇਹ ਜਿਹੜੇ ਕਾਨੂੰਨ ਨੇ ਦੁਬਾਰਾ ਤੋਂ ਨਵੇਂ ਸਿਰੇ ਤੋਂ ਵਿਚਾਰ ਕੇ ਲੋਕ ਹਿੱਤ ਦੇ ਵਿੱਚ, ਲੋਕ ਭਲਾਈ ਦੇ ਲਈ ਕੰਮ ਕਰਨ। ਇਹ ਸਾਡੀ ਅਸੀਂ ਆਸ ਕਰਦੇ ਹਾਂ, ਔਰ ਵਿਸ਼ਵਾਸ ਦਿਵਾਉਣਾ ਮੈਂ ਵੀ ਔਰ ਸਾਰੇ ਜਿੰਨੇ ਆਪਾਂ ਇੱਥੇ ਖੜ੍ਹੇ ਹਾਂ ਕਿ ਅੱਜ ਸਾਰੇ ਅਸੀਂ ਪਿੰਡਾਂ 'ਚ ਆਏ ਹੋਏ ਹਾਂ। ਜੇ ਅੱਜ ਲੋੜ ਪਈ ਹੈ ਕਿਸਾਨਾਂ ਨੂੰ, ਕਿਸਾਨ ਮਜ਼ਦੂਰ ਨੂੰ, ਅਸੀਂ ਉਹਨਾਂ ਦੇ ਨਾਲ ਹਾਂ ਹਰ ਪੱਖੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਥੈਂਕ ਯੂ ਜੀ। ਸੋ we have like a few more speakers here. So I would like to call Sona Sandhu, please. ਸਭ ਤੋਂ ਪਹਿਲਾਂ ਸਾਰੇ ਆਏ ਹੋਏ ਵੀਰਾਂ ਦਾ ਧੰਨਵਾਦ ਤੇ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ ਸਾਰੇ ਵੀਰਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਉਪਰਾਲਾ ਕੀਤਾ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਲਾਹ ਦਾ ਨਾਅਰਾ ਮਾਰਿਆ। ਬਹੁਤ ਹੀ ਸ਼ਲਾਘਾਯੋਗ ਕਦਮ ਆ ਇਹ, ਕਿਉਂਕਿ ਆਪਾਂ ਸਾਰੇ ਹੀ ਕਿਸਾਨ ਪਰਿਵਾਰਾਂ ਦੇ ਵਿੱਚੋਂ ਕਿਸਾਨਾਂ ਦੇ ਬੱਚੇ ਆ। ਜੇ ਵੇਖਿਆ ਜਾਵੇ ਤੇ ਇਹ ਸਾਡੇ ਲਈ ਇੱਕ ਸਾਈਡ ਬਿਜ਼ਨਸ ਆ ਕਿਸਾਨੀ। ਚਾਹੇ ਕੋਈ ਜੌਬ ਕਰਦਾ, ਅਸੀਂ ਉੱਥੇ ਇੰਡੀਆ 'ਚ ਜਿਹੜਾ ਵੀ ਬੰਦਾ ਕਰ ਰਿਹਾ, ਜਾਂ ਜਿਹੜਾ ਬੰਦਾ ਵੀ ਕੋਈ ਨੌਕਰੀ ਕਰਦਾ ਜਾਂ ਕੋਈ ਉਹਦਾ ਕੋਈ ਦੁਕਾਨਦਾਰੀ ਕਰਦਾ, ਤੇ ਨਾਲ ਨਾਲ ਖੇਤੀ ਬੰਦਾ ਕਰੀ ਜਾਂਦਾ ਕਿ ਚਲੋ ਚਾਰ ਪੈਸੇ ਨਾਲ ਹੋਰ ਜੁੜ ਜਾਂਦੇ ਆ ਤੇ ਬੰਦਾ ਹੋਰ ਲਾਈਫ ਦੇ ਵਿੱਚ ਅੱਗੇ ਵੱਧਦਾ। ਸੋ ਕਿਸਾਨੀ ਤਾਂ ਆਪਾਂ ਮੈਨੂੰ ਲੱਗਦਾ ਲਗਭਗ ਸਾਰਿਆਂ ਨੇ ਕੀਤੀ ਆ, ਖੁਦ ਕੀਤੀ ਆ। ਜੋ ਮੈਂ ਪਿੱਛੇ ਨਜ਼ਰ ਮਾਰਾਂ ਥੋੜ੍ਹੀ ਜਿਹੀ, ਜਦੋਂ ਤਾਂ ਇੰਡੀਆ ਨੂੰ
ਕਿਸਾਨਾਂ ਦੀ ਲੋੜ ਸੀ, ਉਦੋਂ ਹਰੀ ਕ੍ਰਾਂਤੀ ਦੇ ਨਾਂ ਤੇ ਬੜੇ ਵੱਡੇ ਵੱਡੇ ਨਾਅਰੇ ਲਾ ਕੇ ਕਿਸਾਨ ਜਿੰਦਾਬਾਦ, ਜੈ ਜਵਾਨ, ਜੈ ਕਿਸਾਨ, ਸਾਰਾ ਕੁਛ ਹੀ ਵੇਖਣ ਨੂੰ ਵਧੀਆ ਲੱਗਦਾ ਸੀ। ਉਦੋਂ ਉਸ ਟਾਈਮ ਦੀ ਪਿਕਚਰ ਜਿਹੜੀ ਸੀ ਨਾ, ਫੋਟੋ, ਉਹ ਹੋਰ ਲੱਗਦੀ ਸੀ ਕਿ ਵਾਕਿਆ ਹੀ ਜਿਹੜੀ ਇੰਡੀਅਨ ਗਵਰਨਮੈਂਟ ਆ, ਚਾਹੇ ਉਹ ਕੋਈ ਵੀ ਪਾਰਟੀ ਹੋਵੇ, ਪੋਲੀਟੀਕਲ ਪਾਰਟੀ ਹੋਵੇ ਜਿਹੜੀ ਸੱਤਾ ਵਿੱਚ ਹੋਵੇ, ਕਿ ਉਹ ਕਿਸਾਨ ਦੇ ਹੱਕ 'ਚ ਖੜੀ ਆ। ਜਦੋਂ ਸਾਰਾ ਇੰਡੀਆ ਭੁੱਖਾ ਮਰਦਾ ਸੀ, ਸਪੈਸ਼ਲੀ ਮੈਂ 2-4 ਸਟੇਟਾਂ ਜਿਹੜੀਆਂ ਉਹਨਾਂ ਦਾ ਨਾਂ ਲੈਣਾ ਚਾਹੁੰਦਾ ਵਾਂ ਕਿ ਜਿਨ੍ਹਾਂ ਵਿੱਚ ਵਾਕਿਆ ਹੀ ਹਰੀ ਕ੍ਰਾਂਤੀ ਨੂੰ ਬਹੁਤ ਬਲ ਮਿਲਿਆ ਤੇ ਚਲੋ ਪ੍ਰੋਡਕਸ਼ਨ ਵਧੀ, ਬਹੁਤ ਕੁਝ ਹੋਇਆ, ਖਾਦਾਂ ਯੂਜ਼ ਕਰਨੀਆਂ ਪਈਆਂ, ਉਹਦੇ ਨੁਕਸਾਨ ਵੀ ਬਹੁਤ ਹੋਏ। ਮੈਂ ਛੋਟੀ ਗੱਲ ਕਰੂੰਗਾ, ਜ਼ਿਆਦਾ ਲੰਬਾ ਨਹੀਂ ਕਰੂੰਗਾ। ਉਹ ਆਪਾਂ ਨੂੰ ਸਭ ਨੂੰ ਪਤਾ ਕਿ ਕੀ ਕੀ ਹੋਇਆ। ਉਹਦੇ ਨਾਲ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੋਇਆ ਜੇ ਆਪਾਂ ਲੌਂਗ ਰਨ ਦੇ ਵਿੱਚ ਵੇਖੀਏ। ਜਦੋਂ ਹੁਣ ਕਿਸਾਨ ਨੂੰ ਗਵਰਨਮੈਂਟ ਦੀ, ਸਰਕਾਰ ਦੀ ਲੋੜ ਆ ਕਿ ਸਾਨੂੰ, ਜਿੱਦਾਂ ਇੱਥੇ ਖੇਤੀ ਹੁੰਦੀ ਆ ਇਹਨਾਂ ਕੰਟਰੀਆਂ ਦੇ ਵਿੱਚ ਫੁਹਾਰਿਆਂ ਨਾਲ, ਕਿ ਸਰਕਾਰ, ਗਵਰਨਮੈਂਟ ਜਿਹੜੀ ਹੈਗੀ ਉਹ ਰੌਲਾ ਪਾਉਂਦੀ ਆ ਜੀ ਹੁਣ ਤੁਸੀਂ ਪਰਾਲੀ ਸਾੜਦੇ ਆ, ਪੋਲੂਸ਼ਨ ਪੈਦਾ ਹੁੰਦਾ, ਪਾਣੀ ਗੰਦਾ ਹੋ ਗਿਆ। ਜੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਇਹ ਕਰਵਾਇਆ ਕਿਹਨੇ ਆ, ਕਰਵਾਇਆ ਤੇ ਆਪ ਹੀ ਹਰੀ ਕ੍ਰਾਂਤੀ ਦੇ ਨਾਂ ਤੇ ਆ, ਤੇ ਅੱਜ ਫਿਰ ਪਿਸ ਰਿਹਾ ਕਿਸਾਨ। ਤੇ ਕਿਸਾਨ ਸੋਚਦਾ ਸੀਗਾ ਵੀ ਸਾਨੂੰ ਕੋਈ ਹੈਲਪ ਹੋਊਗੀ ਸ਼ਾਇਦ, ਕਿ ਸਾਨੂੰ ਕੋਈ ਗ੍ਰਾਂਟਾਂ ਮਿਲਣਗੀਆਂ ਜਾਂ ਕੁਝ ਸਾਨੂੰ ਦੇਣਗੇ, ਅਸੀਂ ਕਿਉਂ ਇਹਦਾ ਕੋਈ ਹੱਲ ਲੱਭਾਂਗੇ। ਉਹ ਕਰਨ ਦੀ ਬਜਾਏ ਕਿਸਾਨ ਦੇ ਸਿਰ ਤੇ ਇੱਕ ਹੋਰ ਵੱਡਾ ਬੋਝ ਮੜ ਦਿੱਤਾ ਕਿ ਜਿਹੜਾ ਮੰਡੀਕਰਨ ਆ ਉਹ ਵੀ ਬੰਦ ਹੋ ਜਾਊਗਾ। ਮੰਡੀਕਰਨ ਤੋਂ ਸ਼ਾਇਦ ਤੁਹਾਨੂੰ ਭਰਾਵਾਂ ਨੂੰ ਅੱਧਿਆਂ ਕੁ ਨੂੰ ਪਤਾ ਹੋਵੇ ਜਾਂ ਬਹੁਤੇ ਬੰਦਿਆਂ ਨੂੰ ਨਾ ਪਤਾ ਹੋਵੇ, ਮੰਡੀਕਰਨ ਬੋਰਡ ਦੇ ਵਿੱਚੋਂ ਸਾਨੂੰ ਜੋ ਇਨਕਮ ਆਉਂਦੀ ਆ ਨਾ, ਉਹ ਸਾਡੇ ਪੰਜਾਬ ਦੇ ਇੰਫਰਾਸਟ੍ਰਕਚਰ ਲਈ ਤੇ ਬਹੁਤ ਸਾਰੇ ਕੰਮਾਂ ਲਈ ਵਰਤ ਹੁੰਦੀ ਆ, ਜਿਹੜੀ ਫਿਰ ਉਹ ਜੇ ਮੰਡੀਕਰਨ ਬੋਰਡ ਖਤਮ ਹੋ ਗਿਆ ਤਾਂ ਪੰਜਾਬ ਦੀਆਂ ਸੜਕਾਂ ਵੀ ਨਹੀਂ ਬਣਨੀਆਂ। ਸੈਂਟਰਾਂ ਤੋਂ ਤਾਂ ਸਾਨੂੰ ਅੱਗੇ ਗ੍ਰਾਂਟਾਂ ਦੀ ਕੋਈ ਆਸ ਨਹੀਂ, ਤਾਂ ਕੋਈ ਆ ਰਹੀਆਂ। ਕਦੇ ਕਾਂਗਰਸ ਦੀ ਸਰਕਾਰ ਉੱਪਰ ਹੋ ਜਾਂਦੀ ਆ ਸੈਂਟਰ ਦੇ ਵਿੱਚ, ਤੇ ਥੱਲੇ ਪੰਜਾਬ ਦੇ ਵਿੱਚ ਹੋਰ ਪਾਰਟੀ ਹੁੰਦੀ ਆ, ਤੇ ਤਾਂ ਵੀ ਉਹਨਾਂ ਦਾ ਆਪਸ ਵਿੱਚ ਚੱਲਦਾ ਰਹਿੰਦਾ ਕਿ ਇਹਨਾਂ ਨੂੰ ਪੈਸੇ ਨਹੀਂ ਦੇਣੇ। ਹੁਣ ਵੀ ਉਹੀ ਹੋ ਰਿਹਾ। ਹੁਣ ਕਾਂਗਰਸ ਪੰਜਾਬ ਦੇ ਵਿੱਚ ਆ ਤਾਂ ਸੈਂਟਰ ਵਿੱਚ ਬੀਜੇਪੀ ਆ। ਬਹੁਤ ਚੀਜ਼ਾਂ ਵਿਚਾਰਨ ਵਾਲੀਆਂ ਜਿਨ੍ਹਾਂ ਦਾ ਆਪਾਂ ਨੂੰ ਵੀ, ਖੁਦ ਨੂੰ, ਮੈਨੂੰ ਵੀ ਪਤਾ ਨਹੀਂ ਕਈਆਂ ਚੀਜ਼ਾਂ ਦਾ। ਇਹ ਇਕੱਲਾ ਕਿਸਾਨ ਤੇ ਇਫੈਕਟ ਨਹੀਂ ਹੋਣਾ, ਜਿਹੜੇ ਮੰਡੀਆਂ ਵਿੱਚ ਆੜ੍ਹਤੀਏ ਆ ਉਹਨਾਂ ਦਾ ਕਾਰੋਬਾਰ ਬੰਦ ਹੋ ਜਾਣਾ। ਫਿਰ ਜਿਹੜੇ ਮੰਡੀਆਂ ਦੇ ਵਿੱਚ ਲੇਬਰ ਤਬਕਾ ਕੰਮ ਕਰਦਾ, ਮੇਰੇ ਭਰਾ ਜਿਹੜੇ 24-24 ਘੰਟੇ ਮੰਡੀਆਂ ਦੇ ਵਿੱਚ ਛਣਾਈ ਤਲਾਈ ਕਰਕੇ ਕੰਮ ਆਪਣਾ ਘਰ ਚਲਾਉਂਦੇ ਆ, ਉਹਨਾਂ ਦਾ ਵੀ ਕੰਮ ਜਾਂਦਾ ਲੱਗਣਾ। ਜਿਹੜੀ ਸਾਰੀ ਲੇਬਰ ਆ ਉਹ ਕਿੱਥੇ ਜਾਊਗੀ। ਉਸ ਤੋਂ ਬਾਅਦਾਂ ਜਿਹੜੀਆਂ ਅਸੀਂ ਫਸਲਾਂ ਦੇ ਵਿੱਚ ਖਾਦਾਂ, ਰੇਹਾਂ, ਦਵਾਈਆਂ ਯੂਜ਼ ਕਰਦੇ ਆ, ਜਿਹੜੇ ਉਹ ਛੋਟੇ ਛੋਟੇ ਦੁਕਾਨਦਾਰ ਦੁਕਾਨਾਂ ਖੋਲ੍ਹ ਕੇ ਬੈਠੇ ਆ, ਉਹਨਾਂ ਦਾ ਵੀ ਕਾਰੋਬਾਰ ਬੰਦ ਹੋ ਜਾਣਾ, ਕਿਉਂਕਿ ਉਹਨਾਂ ਤਾਂ ਆਪਣੀਆਂ ਫੈਕਟਰੀਆਂ ਲੜੀਆਂ, ਕੱਲ੍ਹ ਨੂੰ ਹੀ ਲਾ ਲੈਣੀਆਂ ਉਹਨਾਂ ਨੇ, ਤਾਂ ਉਹ ਤਾਂ ਆਲਰੇਡੀ ਗੋਦਾਮ ਬਣਾਈ ਬੈਠੇ ਆ। ਤੇ ਸਭ ਤੋਂ ਸ਼ਰਮ ਦੀ ਗੱਲ ਇਹ ਆ, ਜੋ ਲੱਗਦਾ ਕਿ ਜਿਹੜਾ ਸਾਡਾ ਮੀਡੀਆ ਨਾ ਇੰਡੀਆ ਦਾ, ਇਹ ਉੜਤੇ ਪੰਜਾਬ ਨੂੰ ਤਾਂ ਬਹੁਤ ਦਿਖਾਉਂਦਾ ਵੀ ਹਾਂ ਵੀ ਉੜਤਾ ਪੰਜਾਬ ਮੂਵੀ ਬਣੀ ਸੀ, ਪੰਜਾਬ ਦਾ ਆਹ ਹਾਲ ਹੋ ਗਿਆ ਜੀ, ਪੰਜਾਬ ਦੇ ਜਿਹੜੇ ਜਵਾਨੀ ਆ ਉਹ ਜੀ ਨਸ਼ਿਆਂ 'ਚ ਪੈ ਗਈ ਆ ਜੀ, ਉਹ ਡਕੈਤ ਬਣ ਗਏ ਆ ਜੀ, ਉਹ ਆਹ ਕਰਦੇ ਆ। ਤੇ ਪਰ ਜਿਹੜੀ ਇਹ ਸਾਡਾ ਮੀਡੀਆ ਨਾ, ਉਹ ਪੰਜਾਬ ਨੂੰ, ਡਟਦਾ ਪੰਜਾਬ ਜਿਹੜਾ ਅੱਜ ਕੱਲ੍ਹ ਡਟਿਆ ਨਾ, ਉਹ ਨਹੀਂ ਦਿਖਾਉਂਦਾ। ਮੈਂ ਕਈ ਵੀਡੀਓ ਆਉਂਦੀਆਂ ਆ, ਕਲਿੱਪ ਬਣ ਕੇ ਆਉਂਦੀਆਂ, ਉਹ ਤੋਂ ਵੇਖਦਾ ਕਿ ਮੀਡੀਆ ਵਾਲੇ ਕੁਐਸਚਨ ਇਹ ਕਰਦੇ ਵੀ ਆਪ ਕਿਉਂ ਆਏ ਹੈ ਇਧਰ, 2 ਮਹੀਨੇ ਹੋ ਗਏ ਯਾਰ ਤੁਹਾਨੂੰ ਰੌਲਾ ਪੈਂਦੇ ਨੂੰ, ਤੁਹਾਨੂੰ ਪਤਾ ਹੀ ਨਹੀਂ ਕਿਉਂ ਆਏ ਹੈ। ਤੁਸੀਂ ਦੱਸੋ ਤੁਹਾਡੀ ਮੰਗ ਕੀ ਆ, ਇਹ ਕੁਐਸਚਨ ਪੁੱਛੋ। ਤੁਸੀਂ ਪੁੱਛਦੇ ਆ ਕਿ ਕੁਛ ਮੂੰਹੋਂ ਗਲਤ ਬੋਲਣ, ਤੇ ਇਹਨਾਂ ਨੂੰ ਜਿਹੜਾ ਹੈਗਾ ਨਾ, ਜਿਹੜੀ ਪ੍ਰੋਟੈਸਟ ਹੋ ਰਹੇ ਆ, ਇਹਦਾ ਕੁਝ ਹੋਰ ਰੂਪ ਬਣਾ ਕੇ ਤੇ ਅੱਗੇ ਹੋਰ ਪੇਸ਼ ਕਰੀਏ ਲੋਕਾਂ ਸਾਹਮਣੇ। ਕਿਉਂਕਿ ਇੰਡੀਆ ਵਿੱਚ ਬਹੁਤ ਸਾਰੇ ਲੋਕ ਇੱਦਾਂ ਦੇ ਹੈਗੇ ਆ ਜਿਨ੍ਹਾਂ ਦਾ ਕਿਸਾਨੀ ਨਾਲ ਵਾਹ ਨਹੀਂ ਹੈਗਾ, ਉਹ ਸਿਰਫ ਆਪੋ ਆਪਣੇ ਕਾਰੋਬਾਰਾਂ 'ਚ ਬਿਜ਼ੀ ਆ, ਕਿ ਕਿਉਂਕਿ ਹੈ ਵੀ ਆ, ਉਹਨਾਂ ਦਾ ਕਸੂਰ ਵੀ ਨਹੀਂ ਕਹਿੰਦਾ ਮੈਂ, ਆਪੋ ਆਪਣੇ ਕੰਮ 'ਚ ਹਰ ਇੱਕ ਬੰਦਾ ਰੁੱਝਾ ਹੁੰਦਾ ਹੋਣ ਕਰਕੇ ਉਹਨਾਂ ਨੂੰ ਜਿਹੜੀਆਂ ਛੋਟੀਆਂ ਪ੍ਰੋਬਲਮਾਂ ਉਹ ਨਹੀਂ ਪਤਾ ਹੁੰਦੀਆਂ, ਕਿਸਾਨਾਂ ਦੀਆਂ ਨਹੀਂ ਲੱਗ ਸਕਦੀਆਂ। ਜਦੋਂ ਆਪਾਂ ਕਿਸਾਨਾਂ ਦੇ ਪਰਿਵਾਰਾਂ 'ਚੋਂ, ਆਪਾਂ ਨੂੰ ਪਤਾ ਕੋਈ ਵੱਡਾ ਕਿਸਾਨ ਹੈ, ਕੋਈ ਛੋਟਾ ਕਿਸਾਨ ਹੈ, ਆਪਣਾ ਪਰਿਵਾਰ ਚਲਾ ਰਿਹਾ ਉਸੇ ਹਿਸਾਬ ਨਾਲ। ਸੋ ਮੀਡੀਆ ਜਦੋਂ ਕਿਸੇ ਕੰਟਰੀ ਦਾ ਵਿਕਾਊ ਹੋ ਜਾਵੇ ਨਾ, ਜਾਂ ਕਿਸੇ ਦੇ ਅੰਡਰ ਚੱਲਣ ਲੱਗ ਜਾਵੇ, ਫਿਰ ਉੱਥੇ ਮੈਨੂੰ ਲੱਗਦਾ ਵੀ ਉਹਦਾ ਹੱਲ ਇੱਕੋ ਹੀ ਆ ਵੀ ਜੋ ਆਪਾਂ ਅੱਜ ਕਰ ਰਹੇ ਹਾਂ।
ਇਹ ਮੈਂ ਸਾਰੇ ਗੁਰੂ ਘਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, ਜਿੱਥੇ ਜਿੱਥੇ ਵੀ ਆਪਣੇ ਭਰਾ ਕੋਈ ਬੈਠੇ ਆ ਨਾ, ਸੋਚੀ ਨਾ ਜਾਇਓ ਵੀ ਆਪਾਂ ਕਿੱਦਾਂ ਕਰਾਂਗੇ, ਕੀ ਕਰਾਂਗੇ। ਜਿਹਦਾ ਅੱਜ 2 ਘੰਟੇ ਵਿੱਚ ਦਵਿੰਦਰ ਵੀਰ ਨੇ ਸਾਰਿਆਂ ਨੂੰ ਕਾਲਾਂ ਕੀਤੀਆਂ, ਥੈਂਕ ਯੂ ਭਰਾ ਦਾ, ਜਿਹਨੇ ਛੋਟੇ ਜਿਹੇ ਟਾਈਮ ਜੇ ਆਪਾਂ ਸੋਚਦੇ ਰਹੀਏ ਨੇ ਅੱਜ ਨਹੀਂ ਯਾਰ ਅਗਲੇ ਵੀਕਐਂਡ ਤੇ ਕਰ ਲਾਂਗੇ, ਅਗਲੇ ਵੀਕਐਂਡ ਤੇ ਹੋਰ ਕੁਝ ਹੋ ਜਾਊਗਾ। ਜਿੱਥੇ ਜਿੱਥੇ ਵੀ ਤੁਸੀਂ ਬੈਠੇ ਆ, ਜਿੱਥੇ ਜਿੱਥੇ ਵੀ ਆ ਸਾਡੀ ਵੀਡੀਓ ਪਹੁੰਚਦੀ ਆ, ਸਾਰਿਆਂ ਨੂੰ ਬੇਨਤੀ ਇਹ ਆ ਵੀ ਤੁਸੀਂ ਵੀ ਉਪਰਾਲਾ ਕਰਕੇ ਹਾਂ ਦਾ ਨਾਅਰਾ ਤਾਂ ਜ਼ਰੂਰ ਮਾਰੋ। ਜੇ ਹੋਰ ਨਹੀਂ ਕੁਝ ਕਰ ਸਕਦੇ ਤੇ ਆਪਣੇ ਵਿਚਾਰ ਤੇ ਦੱਸੋ, ਜਿਹੜੀਆਂ ਕਿਸਾਨਾਂ ਦੀਆਂ ਪ੍ਰੋਬਲਮਸ ਹੋ ਸਕਦੀਆਂ ਅੱਗੋਂ ਉਹ ਤਾਂ ਦੱਸੋ ਕਿ ਕੀ ਹੋ ਸਕਦਾ। ਇਹ ਇਕੱਲੇ ਆਰਥਿਕਤਾ ਦੀ ਗੱਲ ਨਹੀਂ ਹੈ, ਜੇ ਦੇਖਿਆ ਜਾਵੇ ਨਾ, ਇਕੱਲੇ ਆਰਥਿਕਤਾ ਨੂੰ ਪਿੱਛੇ ਛੱਡ ਕੇ, ਪੈਸਿਆਂ ਨੂੰ ਪਿੱਛੇ ਛੱਡ ਕੇ, ਚਲੋ ਜੇ ਕੱਲ੍ਹ ਨੂੰ ਸਾਡੇ ਕੋਲੋਂ ਸਾਡੀਆਂ ਜ਼ਮੀਨਾਂ ਖੁੱਸ ਜਾਣਗੀਆਂ, ਮੰਨ ਲਓ ਪੈਸੇ ਕਮਾਉਣ ਦੇ ਸਾਧਨ ਬੰਦਾ ਕੋਈ ਹੋਰ ਲੱਭ ਲੈਂਦਾ, ਕੋਈ ਗੱਲ ਨਹੀਂ, ਪਰ ਇਹ ਜਿਹੜੀ ਜ਼ਮੀਨ ਹੈ ਸਾਡਾ ਪ੍ਰਾਊਡ ਆ, ਇਹ ਸਾਡਾ ਮਾਣ ਆ। ਇਸੇ ਜ਼ਮੀਨ ਕਰਕੇ ਅਸੀਂ NRI ਵੀ ਆਪਣੇ ਪਿੰਡ ਗੇੜਾ ਮਾਰਨ ਜਾਂਦੇ, ਸਾਲ ਬਾਅਦ 2 ਸਾਲ ਹੀ ਜਾਂਦੇ, ਜਦੋਂ ਵੀ ਜਾਂਦੇ ਕਿ ਸਾਡੀ ਜਾਇਦਾਦ ਆ ਯਾਰ, ਉੱਥੇ ਸਾਡਾ ਕਿਸੇ ਨਾ ਕਿਸੇ ਤਰੀਕੇ ਸਾਡੇ ਪਿੰਡ ਨਾਲ, ਸਾਡੇ ਏਰੀਏ ਨਾਲ ਸਾਡਾ ਲਿੰਕ ਬਣਿਆ ਆ ਰਿਹਾ ਹੈ ਨਾ ਉਹਦੇ ਨਾਲ। ਜੇ ਉਹ ਸਾਡੀ ਨਾ ਹੋਵੇ ਜ਼ਮੀਨ ਉੱਥੇ ਜਾਂਦਿਆਂ ਨੂੰ, ਤੇ ਅਸੀਂ ਵੀ ਕਿੱਥੇ ਜਾਣਾ, ਅਸੀਂ ਕੀ ਲੈਣ ਜਾਣਾ ਉੱਥੇ। ਇਹ ਇਕੱਲੀ ਆਰਥਿਕਤਾ ਦੀ ਲੜਾਈ ਨਹੀਂ ਹੈ, ਇਹ ਅਸੀਂ ਕੱਲ੍ਹ ਨੂੰ ਕੋਈ ਬੱਚਾ ਵਿਆਹੁੰਦੇ ਆ, ਸਭ ਤੋਂ ਪਹਿਲਾਂ ਖਾਸ ਕਰਕੇ ਇੰਡੀਆ ਦੇ ਵਿੱਚ ਪੁੱਛਦੇ ਵੀ ਹਾਂ ਵੀ ਕਿੰਨੀ ਜ਼ਮੀਨ ਆ ਮੁੰਡੇ ਦੀ ਬਈ, ਸਾਡੇ ਕੋਲ ਦੱਸਣ ਨੂੰ ਰਹਿਣਾ ਹੀ ਕੁਛ ਨਹੀਂ। ਜਿਹੜਾ ਬੰਦਾ ਕੋਈ ਬਿਜ਼ਨਸ ਦੇ ਵਿੱਚ ਆ, ਫੈਕਟਰੀ ਦਾ ਮਾਲਕ ਆ, ਕੁਛ ਵੀ ਆ, ਉਹ ਦੱਸ ਦੂਗਾ ਮੇਰੀਆਂ ਫੈਕਟਰੀਆਂ ਭਾਈ, ਅਸੀਂ ਕੀ ਦੱਸਾਂਗੇ। ਸਾਡੀਆਂ ਤਾਂ ਮੈਨੂੰ ਲੱਗਦਾ ਰੂੜੀ ਵਾਲੀਆਂ ਵੀ ਨਹੀਂ ਰਹਿਣੀਆਂ ਜ਼ਮੀਨਾਂ ਬਾਅਦ ਚੋਂ, ਜਿੱਥੇ ਉਹ ਆਪਾਂ ਡੰਗਰਾਂ ਦਾ ਗੋਬਰ ਸਿੱਟਦੇ ਆ, ਫਿਰ ਉਹ ਵੀ ਜਾਂਦਾ ਲੱਗਣਾ ਸਾਰਾ ਕੁਛ ਹੀ। ਇਸ ਕਰਕੇ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਪਲੀਜ਼ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ, ਉੱਥੇ ਵੀ ਆਪੋ ਆਪਣੀ ਥਾਂ 'ਤੇ ਜਿੰਨਾ ਵੀ ਜੋ ਕੁਛ ਕਰ ਸਕਦੇ ਆ ਫਾਈਨੈਂਸ਼ੀਅਲੀ, ਮੈਂ ਇਹਨਾਂ ਜ਼ਰੂਰ ਕਰੂੰਗਾ। ਜਿਹੜਾ ਵੀ ਬੰਦਾ ਫਾਈਨੈਂਸ਼ੀਅਲੀ ਮਦਦ ਕਰੇ ਉਹ ਤੀਜੀ ਅੱਖ ਖੋਲ੍ਹ ਕੇ ਕਰੇ। ਸੋਰਸ ਸਹੀ ਹੋਣੇ ਚਾਹੀਦੇ ਆ ਕਿ ਤੁਹਾਡਾ ਪੈਸਾ ਸਹੀ ਥਾਂ 'ਤੇ ਜਾਵੇ, ਕਿਉਂਕਿ ਉੱਥੇ ਬੜੇ ਬੜੇ ਲੋਕ ਬੈਠੇ ਨੇ ਜਿਹੜੇ ਪ੍ਰੋਟੈਸਟਾਂ ਨੂੰ ਵੇਚ ਜਾਂਦੇ ਆ, ਬੜੇ ਬੜੇ ਇਕੱਠਾਂ ਨੂੰ ਵੇਚ ਜਾਂਦੇ ਆ, ਅੰਦਰ ਬੈਠਿਆਂ ਹੀ ਬੰਦ ਕਮਰੇ ਦੇ ਵਿੱਚ, ਤੇ ਬਾਹਰ ਹਜ਼ਾਰਾਂ ਹੀ ਲੱਖਾਂ ਹੀ ਬੰਦਾ ਰੁਲਦਾ ਫਿਰਦਾ। ਉਹ ਵਿਚਾਰੇ ਸੱਚੇ ਦਿਲ ਨਾਲ ਘਰੋਂ ਚੱਲੇ ਆ ਤੇ ਇੱਕ ਮੀਟਿੰਗ ਕਰਕੇ ਛੋਟੇ ਜਿਹੇ ਕਮਰੇ ਦੇ ਵਿੱਚ ਤੇ ਕਰੋੜਾਂ ਦੀ ਡੀਲ ਹੋ ਕੇ ਤੇ ਗੱਲ ਖਤਮ ਹੋ ਜਾਂਦੀ ਹੈ ਉੱਥੇ। ਤੇ ਮੈਂ ਉਹਨਾਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਵੀ ਆਪਣੀ ਪੋਲੀਟਿਕਸ ਆਪਣੀ ਜੇਬ 'ਚ ਹੀ ਰੱਖਣ ਇਸ ਮਸਲੇ ਦੇ ਵਿੱਚ। ਤੇ ਮੈਂ ਕਿਸਾਨ ਭਰਾਵਾਂ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ, ਇਨਕਲੂਡਿੰਗ ਦੀਪ ਸਿੱਧੂ ਵੀਰ, ਉਹ ਵੀ ਬੜਾ ਜ਼ੋਰ ਲਾ ਰਿਹਾ, ਉਹ ਵਧਾਈ ਦੇ ਪਾਤਰ ਨੇ ਸਾਰੇ, ਜਿਨ੍ਹਾਂ ਨੇ ਮੈਂ ਕਹਿੰਦਾ ਵੀ ਇਕੱਠੇ ਹੋ ਕੇ ਸਾਰਿਆਂ ਦੇ ਸਲਾਹ ਦੇ ਨਾਲ, ਚਲੋ ਜਥੇਬੰਦੀਆਂ ਤਾਂ ਬਹੁਤ ਨੇ ਪਰ ਫਿਰ ਵੀ ਵੱਡੀ ਗੱਲ ਆ ਕਿ ਉਹ ਇੱਕ ਛੱਤ ਥੱਲੇ ਕੰਮ ਕਰ ਰਹੀਆਂ ਨੇ, ਮਤਲਬ ਇੱਕ ਏਜੰਡਾ ਇੱਕ ਆ। ਤੇ ਪਲੀਜ਼ ਉਹਨਾਂ ਨੂੰ ਵੀ ਬੇਨਤੀ ਆ ਹੱਥ ਜੋੜ ਕੇ ਕਿ ਇੱਦਾਂ ਹੀ ਰਿਓ ਤੇ ਇਕੱਠ ਵਿੱਚ ਹੀ ਭਲਾਈ ਆ। ਇਸ ਕਰਕੇ ਜਿਹੜੀਆਂ ਮੁਹਿੰਮਾਂ ਵਾ ਉਹ ਔਖੀਆਂ ਤਾਂ ਜ਼ਰੂਰ ਆ, ਪਰ ਇਹ ਗੱਲ ਜ਼ਰੂਰ ਯਾਦ ਰੱਖਣ ਵੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਚਲੋ ਸਾਰੀਆਂ ਸਟੇਟਾਂ ਤੋਂ ਕਿਸਾਨ ਆਏ ਆ, ਆਪਣੇ ਆਪਣੇ ਢੰਗ ਨਾਲ ਪ੍ਰੋਟੈਸਟ ਕਰ ਰਹੇ ਆ, ਉਹਨਾਂ ਨੂੰ ਵੀ ਸਲੂਟ ਆ, ਪਰ ਪੰਜਾਬੀਆਂ ਨੇ ਜਦੋਂ ਦਾ ਹੰਬਲਾ ਮਾਰਿਆ ਨਾ ਤੇ ਇੱਕ ਵਾਰੀ ਦਿੱਲੀ ਹਿੱਲ ਜ਼ਰੂਰ ਗਈ ਆ। ਤੇ ਇਸ ਦੇ ਨਾਲ ਹੀ ਮੈਂ ਫਤਿਹ ਬੁਲਾਉਣਾ, ਇੱਦਾਂ ਰਿਓ ਮੇਰੇ ਵੀਰ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਸਵਿੰਦਰ ਸੰਧੂ ਵੀਰ ਨੇ ਬਹੁਤ ਹੀ ਵਧੀਆ ਇਨਫੋਰਮੇਸ਼ਨ ਆਪਣੇ ਨਾਲ ਸ਼ੇਅਰ ਕੀਤੀ ਤੇ ਬਹੁਤ ਹੀ ਵਿਚਾਰਨ ਵਾਲੀਆਂ ਗੱਲਾਂ ਇਹਨਾਂ ਨੇ ਆਪਾਂ ਨੂੰ ਕਹੀਆਂ, ਜਿਹੜੀਆਂ ਆਪਾਂ ਨੂੰ ਵਿਚਾਰਨੀਆਂ ਪੈਣੀਆਂ ਨੇ। ਤੇ ਇਹਦੇ ਵਿੱਚ ਇੱਕ ਗੱਲ ਜਿਹੜੀ ਮੈਨੂੰ ਲੱਗੀ ਕਿ ਇਹ ਜੇ ਨਾ ਕਹਿੰਦਾ ਸਾਨੂੰ, ਸ਼ਾਇਦ ਮੇਰੇ ਵੀ ਉਹ ਦਿਮਾਗ 'ਚ ਨਾ ਆਉਂਦੀ, ਉਹ ਸੀ ਹਾਂ ਦਾ ਨਾਅਰਾ। ਤੁਸੀਂ ਦੇਖੋ, ਇੱਕ ਹਾਂ ਦਾ ਨਾਅਰਾ ਜਿਹੜਾ ਇਹਨਾਂ ਨੇ ਕਿਹਾ ਕਿ ਹੋਰ ਕੁਝ ਨਹੀਂ ਕਰ ਸਕਦੇ, ਇਕੱਲਾ ਹਾਂ ਦਾ ਨਾਅਰਾ ਹੀ ਮਾਰ ਦਿਓ ਕਿ ਯਾਰ ਇਹ ਮਾੜਾ ਹੋ ਰਿਹਾ। ਇਹ ਹਾਂ ਦੇ ਨਾਅਰੇ ਦੀ ਅਹਿਮੀਅਤ ਆਪਾਂ ਨੂੰ ਜੇ ਸਮਝਣੀ ਹੋਵੇ, ਸਿਰਫ ਇੱਕੋ ਹੀ ਉਦਾਹਰਣ ਆ, ਜਿਹੜਾ ਮਲੇਰਕੋਟਲੇ ਨੇ ਸਰਹੰਦ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਸੀ ਕਿ ਜੋ ਤੂੰ ਸਰਹੰਦ ਦੇ ਆ ਵਜ਼ੀਰਾ, ਜੋ ਤੂੰ ਕਰ ਰਿਹਾ ਇਹ ਛੋਟੇ ਸਾਹਿਬਜ਼ਾਦਿਆਂ ਨਾਲ, ਇਹ ਗਲਤ ਆ, ਇਹ ਪਾਪ ਆ, ਇਹ ਖੁਦਾ ਦੀਆਂ ਨਜ਼ਰਾਂ ਦੇ ਵਿੱਚ ਸਹੀ ਨਹੀਂ ਹੈਗਾ। ਸਿਰਫ ਉਹ ਹਾਂ ਦਾ ਨਾਅਰਾ ਮਾਰ ਕੇ ਉੱਥੋਂ ਉੱਠ ਗਿਆ ਸੀ। ਉਸ ਇੱਕ ਹਾਂ ਦੇ ਨਾਅਰੇ ਕਰਕੇ ਮਲੇਰਕੋਟਲਾ ਜਿਹੜਾ ਉੱਥੇ ਦਾ ਕੀ ਨਵਾਬ ਸੀਗਾ, ਮਲੇਰਕੋਟਲੇ ਨਵਾਬ, ਉਹ ਅੱਜ ਵੀ ਉਹਨੂੰ ਸਾਰੀ ਦੁਨੀਆ ਯਾਦ ਕਰਦੀ ਆ ਕਿ ਉਹਨੇ ਹਾਂ ਦਾ ਨਾਅਰਾ ਮਾਰਿਆ ਸੀ। ਸੋ ਪਲੀਜ਼, ਇਹ ਮੇਰੇ ਖਿਆਲ ਨਾਲ ਅੱਜ ਇੱਕ ਨਵੀਂ ਚੀਜ਼ ਜੇ ਕੋਈ ਕਹਿੰਦਾ ਕਈ ਵਾਰ ਦਿਲ ਨੂੰ ਲੱਗਦੀ ਆ, ਤੇ ਇਹਦਾ ਮਤਲਬ ਹਾਂ ਦਾ ਨਾਅਰਾ ਜ਼ਰੂਰ ਮਾਰਨਾ ਚਾਹੀਦਾ। ਸੋ ਹੁਣ ਮੇਰੇ ਅਗਲੇ ਸਪੀਕਰ ਤੇ ਰਾਜ ਨਿੱਜਰ ਜੀ, ਪਲੀਜ਼। ਸਭ ਤੋਂ ਪਹਿਲਾਂ
ਗੁਰੂ ਦੀ ਹਜ਼ੂਰੀ ਵਿੱਚ ਸਾਰੇ ਆਏ ਹੋਏ ਸਾਰੇ ਹੀ ਸੱਜਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ ਨਾਲ ਹੀ ਸਾਰੇ ਹੀ ਸੱਜਣ ਪਤਵੰਤੇ ਜਿੰਨੇ ਹੀ ਮੇਰੇ ਅੱਜ ਬੜੇ ਹੀ ਇੰਪੋਰਟੈਂਟ ਮੈਟਰ ਤੇ ਅੱਜ ਸਾਰੇ ਇਕੱਤਰ ਹੋਏ ਨੇ, ਉਹਨਾਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ, ਕਿਉਂਕਿ ਇਹ ਵਾਕਿਆ ਹੀ ਬਹੁਤ ਹੀ ਇੰਪੋਰਟੈਂਟ ਮੈਟਰ ਹੈ ਸਾਡੇ ਵਾਸਤੇ, ਕਿਸਾਨਾਂ ਵਾਸਤੇ, ਜਿਹੜੇ ਫਾਰਮਰਸ ਅਸੀਂ ਰਹਿੰਦੇ ਹਾਂ ਆਲ ਓਵਰ ਦਾ ਵਰਲਡ। ਮੈਂ ਬੜਾ ਸੰਖੇਪ ਦੇ ਵਿੱਚ ਹੀ ਕਹਾਂਗਾ, ਕਿਉਂਕਿ ਮੇਰੇ ਵੀਰ ਕਾਫੀ ਬਹੁਤ ਸੋਹਣਾ ਮੈਨੂੰ ਬਹੁਤ ਵਧੀਆ ਪਹਿਲੇ ਹੀ ਬੋਲ ਗਏ ਨੇ, ਅਤੇ ਉਹਨਾਂ ਨੇ ਤੁਹਾਨੂੰ ਅਵੇਅਰਨੈਸ ਵੀ ਦਿੱਤੀ ਵੀ ਕਿਸਾਨ ਕੀ ਚੀਜ਼ ਆ ਅਤੇ ਕਿਸਾਨਾਂ ਨੂੰ ਕਿਹੜੀ ਚੀਜ਼ਾਂ ਦੀ ਮੰਗ ਹੈ। ਮੈਂ ਤਾਂ ਬਸ ਇੰਨਾ ਹੀ ਸੰਖੇਪ ਦੇ ਵਿੱਚ ਕਹਿਣਾ ਚਾਹੂੰਗਾ ਕਿ ਜਿਹੜੇ ਹੀ ਮੋਦੀ ਸਰਕਾਰ ਨੇ ਜਿਹੜਾ ਕਾਲਾ ਕਾਨੂੰਨ ਫਾਰਮਰਸ ਦੇ ਖਿਲਾਫ ਜਿਹੜਾ ਬਣਾਇਆ ਹੈ, ਇਹ ਬਿਲਕੁਲ ਹੀ ਅਨਐਕਸੈਪਟੇਬਲ ਹੈ। ਅਤੇ ਸਾਡੀ ਸਾਰਿਆਂ ਨੂੰ, ਸਾਡੇ ਸਾਰੇ ਹੀ ਕਿਸਾਨਾਂ ਦੀ ਰਿਕੁਐਸਟ ਹੀ ਕਹਿ ਸਕਾਂਗੇ ਪਹਿਲਾਂ ਉਹਨੂੰ, ਕਿਉਂਕਿ ਅਦਰਵਾਈਜ਼ ਸਾਡਾ ਤੇ ਜਿਹੜਾ ਜੁਝਾਰੂ ਸਾਡੇ ਸਿੰਘ ਨੇ ਪੰਜਾਬ ਦੇ, ਉਹ ਤੇ ਉਸ ਪਾਸੇ ਨੂੰ ਕੂਚ ਕਰ ਹੀ ਚੁੱਕੇ ਨੇ, ਅਤੇ ਉਹਨੂੰ ਆਪਣੇ ਜਿਹੜੇ ਕਾਲੇ ਕਾਨੂੰਨ ਆ ਵਾਪਸ ਲੈ ਲੈਣੇ ਚਾਹੀਦੇ ਨੇ। ਸਿੱਖਾਂ ਨੂੰ ਉਹਨਾਂ ਦੇ ਆਪਣੇ ਹੀ ਢੰਗ ਨਾਲ ਜੀਣ ਦੇਣਾ ਚਾਹੀਦਾ। ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਨੂੰ ਆਪਣੇ ਹੀ ਢੰਗ ਨਾਲ ਜੀਣਾ ਚਾਹੀਦਾ ਹੈ, ਕਿਉਂਕਿ ਭਾਵੇਂ ਕਿਸੇ ਦਾ 1 ਕਿੱਲਾ ਹੋਵੇ ਭਾਵੇਂ 2 ਕਿੱਲੇ ਹੋਣ, ਉਹ ਹਰ ਬੰਦਾ ਆਪਣੇ ਘਰ ਦੇ ਵਿੱਚ ਬੈਠਾ ਬਹੁਤ ਵਧੀਆ ਰੋਟੀ ਖਾ ਰਿਹਾ। ਪੰਜਾਬ 'ਚ ਬੈਠਾ ਪੰਜਾਬੀ ਕਿਸਾਨ ਵੀਰੇ ਮੈਨੂੰ ਲੱਗਦਾ ਨਹੀਂ ਕਦੀ ਵੀ ਕਿਸੇ ਦੇ ਅੱਗੇ ਹੱਥ ਮਤਲਬ ਮੰਗ ਕੇ ਕਦੀ ਵੀ ਰੋਟੀ ਖਾਂਦੇ ਹੋਣਗੇ। ਆਪਣੀ ਮਿਹਨਤ ਕਰਦੇ ਨੇ ਜਿੱਥੇ ਵੀ ਹੋਣ, ਭਾਵੇਂ ਥੋੜ੍ਹਾ ਹੋਵੇ ਭਾਵੇਂ ਜ਼ਿਆਦਾ ਹੋਵੇ। ਅਤੇ ਜਿਹੜਾ ਕਾਨੂੰਨ ਹੈ ਇਹ ਬਿਲਕੁਲ ਹੀ ਅਨਐਕਸੈਪਟੇਬਲ ਹੈ, ਅਤੇ ਪਤਾ ਨਹੀਂ ਕਿਉਂ ਮੋਦੀ ਸਰਕਾਰ ਇਸ ਚੀਜ਼ ਦੇ ਪਿੱਛੇ ਪਈ ਹੋਈ ਆ, ਕਿਉਂਕਿ ਜਿਸ ਚੀਜ਼ ਨੂੰ ਕੋਈ ਬੰਦਾ ਐਕਸੈਪਟ ਨਹੀਂ ਕਰਨਾ ਚਾਹੁੰਦਾ ਵੀ ਮੈਨੂੰ ਨਹੀਂ ਚਾਹੀਦੀ, ਉਹਦਾ ਬੈਨੀਫਿਟਸ ਮੈਨੂੰ ਕੋਈ ਨਹੀਂ ਹੈਗਾ, ਪਰ ਆਪਾਂ ਫੋਰਸਫੁਲੀ ਉਹ ਚੀਜ਼ ਨੂੰ ਕਿਉਂ ਕਿਸੇ ਨੂੰ ਆਫਰ ਕਰ ਰਹੇ ਹਾਂ। ਬਾਕੀ ਅਸੀਂ ਇਹੀ ਕਹਿ ਸਕਦੇ ਹਾਂ, NRI ਵੀਰੇ ਬੈਠੇ ਜਿਹੜੇ ਦੂਜੀ ਕੰਟਰੀ 'ਚ ਬੈਠੇ ਨੇ, ਕਿਉਂ ਅਸੀਂ ਤਹਿ ਦਿਲੋਂ ਅਸੀਂ ਸਾਰੇ ਹੀ ਵੀਰਾਂ ਨੂੰ ਆਪਣੇ ਕੀ ਰਿਕੁਐਸਟ ਕਰਾਂਗੇ, ਜਿੰਨੇ ਵੀ ਹੋਰ ਵੀਰੇ ਸਾਡੇ ਕਿਸਾਨ ਦੂਜੀਆਂ ਕੰਟਰੀਆਂ ਰਹਿ ਰਹੇ, ਦੂਜੀਆਂ ਸਟੇਟਾਂ ਰਹਿ ਰਹੇ ਨੇ, ਕਿਉਂਕਿ ਸਾਰੇ ਪਾਸਿਓਂ ਸਾਨੂੰ ਮਨ ਤਨ ਧਨ ਦੇ ਨਾਲ ਇਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਸਾਡੇ ਵੀਰ ਜਿਹੜੇ ਦਿੱਲੀ ਨੂੰ ਜਾ ਰਹੇ ਨੇ, ਕਿਉਂਕਿ ਆਪਾਂ ਇੱਥੇ ਬੈਠੇ ਆਪਾਂ ਇਹੀ ਕੁਝ ਕਰ ਸਕਦੇ ਹਾਂ। ਸਾਡਾ ਆਪਣਾ ਜਿਹੜਾ ਦਿਲ ਆ ਉਹ ਤਾਂ ਇੰਡੀਆ ਵਿੱਚ ਵਸਦਾ ਹੀ ਆ, ਪੰਜਾਬ 'ਚ ਵਸਦਾ ਹੀ ਆ, ਭਾਵੇਂ ਸਾਡਾ ਕਿੱਲਾ 1 ਆ ਭਾਵੇਂ 2 ਆ, ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਤੇ ਮੈਂ ਇੰਨਾ ਕੁਛ ਬੋਲਦਾ ਹੋਇਆ ਖਿਮਾ ਦਾ ਜਾਜ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਰਾਜਵੀਰ। ਅਤੇ ਇੱਕ ਗੱਲ ਹੋਰ ਬੜੀ ਇੰਪੋਰਟੈਂਟ ਆ, ਜਿਹੜੀ ਅੱਜ ਦੀ ਲੜਾਈ ਆ ਨਾ, ਇਹ ਟੈਕਨੀਕਲ ਹੋ ਚੁੱਕੀ ਆ। ਸੋ ਜਿਹੜਾ ਸੰਘਰਸ਼ ਆ ਇਹ ਵੀ ਟੈਕਨੀਕਲ ਹੋ ਚੁੱਕਿਆ। ਅਤੇ ਤੁਸੀਂ ਦੇਖਿਆ ਹੋਣਾ ਕਿ ਜਿਹੜਾ IT ਸੈੱਲ ਆ, ਮੈਂ ਪੋਸਟਾਂ ਪੜ੍ਹੀਆਂ ਨੇ ਲੋਕਾਂ ਦੀਆਂ ਕਿ ਜਿਹੜਾ ਇਹ ਭਾਜਪਾ ਦਾ IT ਸੈੱਲ ਆ, ਇਹ ਪੂਰਾ ਸਰਗਰਮ ਹੋਇਆ ਗਲਤ ਪ੍ਰਚਾਰ ਕਰਨ ਲਈ। ਇਹ ਟਵਿੱਟਰ ਦੇ ਉੱਤੇ ਜਾਂਦੀ, ਸੋਸ਼ਲ ਮੀਡੀਆ ਦੀ ਕੋਈ ਸਾਈਟ ਨਹੀਂ ਛੱਡਦੇ, ਅਤੇ ਜਿੱਥੇ ਇਹ ਗਲਤ ਟਵੀਟ ਕਰ ਰਹੇ ਨੇ ਕਿਸਾਨਾਂ ਦੇ ਉਲਟ, ਇਹਨੂੰ ਇੱਕ ਗਲਤ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਮੇਰੇ ਖਿਆਲ ਨਾਲ ਆਪਾਂ ਜਿੰਨੇ ਇੱਥੇ ਖੜ੍ਹੇ ਹਾਂ, ਪਲੱਸ ਜਿਹੜੇ ਵੀ ਇਹਨੂੰ ਸੁਣਨਗੇ, ਅਤੇ ਕਿੱਥੇ ਵੀ ਸਾਡੀ ਆਵਾਜ਼ ਜਾਂਦੀ ਆ ਨਾ, ਹੋਰ ਲੜਾਈ ਦੇ ਨਾਲ ਨਾਲ ਟੈਕਨੀਕਲ ਲੜਾਈ ਵੀ ਲੜੋ। ਸੋਸ਼ਲ ਸਾਈਟਸ ਦੇ ਉੱਤੇ ਸਪੋਰਟ ਫॉर ਫਾਰਮਰਸ ਬਹੁਤ ਜ਼ਰੂਰੀ ਆ। ਇਹ ਜਿਹੜਾ ਹੈਸ਼ਟੈਗ ਬਣੇ ਨੇ, ਮੈਨੂੰ ਸਪੋਰਟ ਫਾਰਮਰਸ ਅਤੇ ਹੋਰ 2-3 ਹੈਸ਼ਟੈਗ ਹੈਗੇ ਨੇ, ਉਹ ਆਪਣੀਆਂ ਸਾਈਟਸ ਦੇ ਉੱਤੇ ਜ਼ਰੂਰ ਪਾਓ। ਆਪਣਾ ਟਵੀਟ ਕਰੋ, ਫੇਸਬੁੱਕ 'ਤੇ ਪਾਓ, ਇੰਸਟਾਗ੍ਰਾਮ 'ਤੇ ਪਾਓ, ਉਹ ਹੈਸ਼ਟੈਗ ਪਾਓ, ਤਾਂ ਕਿ ਵੱਧ ਤੋਂ ਵੱਧ ਜਿਹੜਾ ਉਹ ਇੱਕ ਮੈਨੂੰ ਇੰਨੀ ਸਮਝ ਨਹੀਂ ਹੈਗੀ ਕਿ ਟੈਕਨੀਕਲੀ ਇਹਦਾ ਐਂਡ 'ਤੇ ਜਾ ਕੇ ਫਾਇਦਾ ਕੀ ਹੁੰਦਾ, ਪਰ ਜਿੱਥੇ ਤੱਕ ਮੈਨੂੰ ਇਹ ਪਤਾ ਕਿ ਇਸ ਦੇ ਨਾਲ ਤੁਹਾਡੀ ਆਵਾਜ਼ ਆ ਜਿਹੜੀ ਦੁਨੀਆ 'ਚ ਪਹੁੰਚਦੀ ਆ। ਜਿੰਨੇ ਕਹਿੰਦੇ ਜ਼ਿਆਦਾ ਵਾਰ ਉਹ ਹੈਸ਼ਟੈਗ ਸ਼ੇਅਰ ਹੁੰਦਾ, ਓਨੀ ਜ਼ਿਆਦਾ ਆਵਾਜ਼ ਲੋਕਾਂ ਨੂੰ ਪਤਾ ਲੱਗਦੀ ਆ ਕਿ ਆਹ ਚੀਜ਼ ਚੱਲ ਰਹੀ ਆ। ਇੱਕ ਇਹ ਮੁਹਿੰਮ ਖੜੀ ਹੋ ਗਈ ਕਿ ਸਪੋਰਟ ਫਾਰਮਰਸ। ਤੁਸੀਂ ਇੱਕ ਵਾਰ ਇਹ ਮੁਹਿੰਮ ਖੜੀ ਕਰ ਦਿੰਦੇ ਹੋ ਤਾਂ ਲੋਕ ਆਪੇ ਹੀ ਸਰਚ ਕਰਦੇ ਆ ਅਤੇ ਕੀ ਹੋ ਰਿਹਾ ਤਾਂ ਆਪੇ ਉਹ ਦੇਖਦੇ ਆ। ਸੋ ਆਪਾਂ ਨੂੰ ਇਹ ਟੈਕਨੀਕਲ ਲੜਾਈ ਦੇ ਵਿੱਚ ਵੀ ਹੁਣ ਪੈਣਾ, ਇਹ ਵੀ ਇੱਕ ਸੰਘਰਸ਼ ਲੜਨਾ ਪੈਣਾ, ਕਿਉਂਕਿ ਨਹੀਂ ਸਰਕਾਰਾਂ ਦੇ IT ਸੈੱਲ ਬਹੁਤ ਵੱਡੇ ਨੇ, ਉਹਨਾਂ ਕੋਲ ਬਹੁਤ ਪੈਸਾ ਹੈਗਾ ਖਰਚਣ ਨੂੰ, ਉਹ ਆਪਣੇ ਖਿਲਾਫ ਇਸ ਚੀਜ਼ ਦਾ ਉਪਯੋਗ ਕਰ ਰਹੇ ਨੇ। ਆਪਾਂ ਨੂੰ ਉਹਦਾ ਜਿਹੜਾ ਜਵਾਬ ਆ ਉਹ ਉਸ ਤਰੀਕੇ ਨਾਲ ਹੀ ਦੇਣਾ ਪੈਣਾ। ਸੋ ਹੁਣ ਮੈਂ ਆਪਣਾ ਅਗਲਾ ਸਪੀਕਰ ਬੁਲਾਉਣਾ ਚਾਹੂੰਗਾ, ਮਿਸਟਰ ਕਰਮਵੀਰ ਸਿੰਘ, ਪਲੀਜ਼। ਹਾਂਜੀ, ਸਾਰੇ ਆਏ ਹੋਏ ਵੀਰ ਦੂਰੋਂ ਨੇੜਿਓਂ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਨਾਲ ਹੀ ਜੋ ਸਾਡੇ ਬਜ਼ੁਰਗ ਕਿਸਾਨ, ਜਵਾਨ, ਨੌਜਵਾਨ, ਬੱਚੇ ਅਤੇ ਬੀਬੀਆਂ
ਜੋ ਦਿੱਲੀ ਵੱਲ ਜਾ ਰਹੇ ਨੇ, ਸਭ ਤੋਂ ਪਹਿਲਾਂ ਉਹਨਾਂ ਦੇ ਨਾਂ ਦੀ ਫਤਿਹ ਬੁਲਾਓ ਜੀ। ਜਕਾਰਾ ਛੱਡੋ, ਬੋਲੇ ਸੋ ਨਿਹਾਲ। ਮੇਰੀ ਬੇਨਤੀ ਹੈ ਇਸੇ ਤਰ੍ਹਾਂ ਡਟੇ ਰਹੋ, ਅਸੀਂ ਤੁਹਾਡੇ ਨਾਲ ਹਾਂ। ਬਾਕੀ ਮੇਰੇ ਮਨ 'ਚ ਕੁਝ ਵਿਚਾਰ ਆਉਂਦੇ ਸੀਗੇ ਕਿ ਜੋ ਪਹਿਲਾਂ ਸੰਘਰਸ਼ ਹੋਏ ਨੇ, ਜਿਵੇਂ ਪਹਿਲਾਂ ਇਹਨਾਂ ਨੇ ਜੋ ਖਾਲਸਾ ਜੋ ਇੱਕ ਬਣਾਇਆ ਸੀਗਾ, ਉੱਥੇ ਬੜੀ ਵੱਡੀ ਸਟੇਜ ਲਾਈ ਸੀ। ਫਿਰ ਉਸ ਤੋਂ ਬਾਅਦ ਜੋ ਬਰਗਾੜੀ ਦਾ ਜੋ ਮੋਰਚਾ ਲਾਇਆ ਸੀ, ਜਾਂ ਮੁਸਲਮਾਨ ਵੀਰਾਂ ਨੇ ਸ਼ਹੀਨ ਬਾਗ ਦੇ ਵਿੱਚ ਇਕੱਠੇ ਹੋਏ ਸੀ। ਵੇਖੋ ਕਿਸ ਤਰੀਕੇ ਦੇ ਨਾਲ ਪੋਲੀਟੀਸ਼ੀਅਨਸ ਨੇ, ਗਵਰਨਮੈਂਟ ਨੇ, ਸਾਰਿਆਂ ਨੇ ਬੜੇ ਚਲਾਕੀ ਨਾਲ ਉਹ ਸਾਰੇ ਸੰਘਰਸ਼ ਖਤਮ ਕਰ ਦਿੱਤੇ ਆ। ਇਸ ਸੰਘਰਸ਼ ਦੇ ਵਿੱਚ ਮੈਂ ਜ਼ਿਆਦਾ ਉਹਦੇ ਬਾਰੇ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬਿੱਲ ਪਾਸ ਕੀਤੇ ਉਹ ਰੌਂਗ ਨੇ। ਹੁਣ ਆਪਾਂ ਸੰਘਰਸ਼ ਜਿਹੜਾ ਸ਼ੁਰੂ ਕੀਤਾ ਕਿਸਾਨ ਵੀਰਾਂ ਨੇ, ਉਹਨੂੰ ਇਸੇ ਤਰ੍ਹਾਂ ਜਾਰੀ ਰੱਖੋ। ਅਸੀਂ ਤੁਹਾਡੇ ਨਾਲ ਹਾਂ, ਜਿੰਨੀ ਵੀ ਅਸੀਂ ਸਪੋਰਟ ਫਾਈਨੈਂਸ਼ਲੀ ਕਰ ਸਕਦੇ ਹਾਂ ਅਸੀਂ ਕਰਾਂਗੇ। ਜਿੰਨੇ ਵੀ NRI ਵੀਰ ਨੇ, ਜਿਵੇਂ ਮੇਰਾ ਡਿਸਟ੍ਰਿਕਟ ਗੁਰਦਾਸਪੁਰ ਹੈ, ਕੋਈ ਲੁਧਿਆਣੇ ਤੋਂ ਆਇਆ, ਕੋਈ ਕਪੂਰਥਲੇ ਤੋਂ ਆਇਆ, ਕੋਈ ਹੁਸ਼ਿਆਰਪੁਰ ਤੋਂ ਆਇਆ, ਸਾਰੇ ਹੀ ਅਸੀਂ ਕਿਸਾਨ ਫੈਮਲੀਆਂ ਦੇ ਨਾਲ ਬਿਲੋਂਗ ਕਰਦੇ ਹਾਂ। ਅਸੀਂ ਉੱਥੇ ਫਿਜ਼ੀਕਲੀ ਨਹੀਂ ਪਹੁੰਚ ਸਕਦੇ, ਪਰ ਅਸੀਂ ਤੁਹਾਡੇ ਨਾਲ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਥੈਂਕ ਯੂ ਵੀਰ। ਤੇ ਸਾਡੇ ਅੱਜ ਦੇ ਲਾਸਟ ਸਪੀਕਰ ਕਰਨ ਗਿੱਲ, ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਕੱਠੇ ਹੋਏ ਹਾਂ ਇੱਥੇ ਅੱਜ ਕੈਂਟਨ ਮਿਸ਼ੀਗਨ ਦੇ ਵਿੱਚ। ਇਹ ਸਾਡੇ ਵੀਰ ਦਵਿੰਦਰ ਦੀ ਉਪਰਾਲਾ ਸੀਗਾ ਅੱਜ ਵਾਲਾ ਇਹ। ਦਿਸ ਵਾਜ਼ ਅ ਵੈਰੀ ਗੁੱਡ ਐਫਰਟ। ਇਹ ਪੰਜਾਬ ਦਾ ਅਸੀਂ ਹੁਣ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਦੇਖਦੇ ਹਾਂ। ਆਪਾਂ ਨੂੰ ਸਾਰਿਆਂ ਨੂੰ ਦੁੱਖ ਹੋ ਰਿਹਾ ਇਹ ਜਿਸ ਜੋ ਮੋਦੀ ਸਰਕਾਰ ਨੇ ਜਿਹੜੇ 3 ਬਿੱਲ ਪਾਸ ਕੀਤੇ ਹੋਏ ਨੇ ਇਹ ਫਾਰਮਰਸ ਦੇ ਖਿਲਾਫ, ਉਹਦੇ ਅਗੇਂਸਟ ਪ੍ਰੋਟੈਸਟ ਆ। ਅਤੇ ਅਸੀਂ ਸਾਰੇ ਜਾਣੇ, ਸਾਨੂੰ ਇਸ ਚੀਜ਼ ਦੀ ਤਕਲੀਫ ਆ ਵੀ ਅਸੀਂ ਆਪ ਵੀ ਸਾਰੇ ਪੰਜਾਬ 'ਚੋਂ ਆਏ ਹੋ ਹਾਂ, ਪਿੰਡਾਂ 'ਚੋਂ ਖੇਤੀਬਾੜੀ ਵਾਲੇ ਫੈਮਲੀਆਂ ਆ। ਇਹ ਕਿਸਾਨੀ ਸਾਡੇ ਬਾਬੇ, ਚਾਚੇ, ਤਾਏ ਇਹੋ ਕੰਮ ਉਹ ਕਰਦੇ ਸੀ। ਅੱਜ ਵੀ ਸਾਡੇ ਪੁੱਤ ਭਤੀਜੇ ਉੱਥੇ ਇਹੀ ਕੰਮ ਕਰਦੇ ਆ। ਸੋ ਸਾਨੂੰ ਪਤਾ ਇਹੀ ਸਾਡੀ ਲਾਈਵਲੀਹੁੱਡ ਆ, ਫਾਰਮਿੰਗ, ਖੇਤੀਬਾੜੀ, ਇਹੀ ਸਾਡਾ ਮਾਣ ਆ। ਇਹ ਜਿਹੜਾ ਸੈਂਟਰਲ ਗੌਰਮੈਂਟ ਵੱਲੋਂ ਜਿਹੜਾ ਇਹਨੂੰ ਐਕਸਪਲੋਇਟ ਕਰਨ ਦੇ ਨਵੇਂ ਤਰੀਕੇ ਲੱਭਦੇ ਆ, ਉਹ ਅਸੀਂ ਉਹਦੇ ਬਿਲਕੁਲ ਖਿਲਾਫ ਆ। ਅਸੀਂ ਚਾਹੁੰਦੇ ਹਾਂ ਆਪਣੇ ਉਹ 3 ਪਾਸ ਕੀਤੇ ਹੋਏ ਬਿੱਲ ਵਾਪਸ ਲੈਣ। ਅਸੀਂ ਆਪਣੇ ਭੈਣਾਂ ਭਰਾਵਾਂ ਨੂੰ ਵੀ ਜਿਹੜੇ ਉੱਥੇ ਇਸ ਵੇਲੇ ਇਸ ਜਦੋਜਹਿਦ ਵਿੱਚ ਲੱਗੇ ਹੋਏ ਨੇ, ਦਿੱਲੀ ਗਏ ਹੋਏ ਨੇ, ਅਸੀਂ ਉਹਨਾਂ ਨੂੰ ਵੀ ਜ਼ਰੂਰ ਅਸ਼ੋਰੈਂਸ ਦੇਣੀ ਚਾਹੁੰਦੇ ਹਾਂ ਵੀ ਅਸੀਂ ਬਾਹਰ ਬੈਠੇ NRI ਭਰਾ, ਅਸੀਂ ਸਾਰੇ ਤੁਹਾਡੇ ਨਾਲ ਆ। ਸਾਡੀ ਫਾਈਨੈਂਸ਼ੀਅਲ ਸਪੋਰਟ, ਸਾਡੀ ਅੰਦਰੋਂ ਦਿਲੀ ਸਪੋਰਟ ਉਹ ਤੁਹਾਡੇ ਨਾਲ ਆ। ਸਾਡੀ ਜੋ ਡਿਊਟੀ ਲੱਗੀ ਇਸ ਗਰੁੱਪ ਨੇ ਲਾਈ ਆਪਣੇ ਭਰਾਵਾਂ ਨੇ, ਅਸੀਂ ਜ਼ਰੂਰ ਉੱਥੇ ਪੂਰੇ ਉਤਰਾਂਗੇ। ਇਹ ਇੱਕ ਉਹ ਗਾਣਾ ਕਿਤੇ ਆਉਂਦਾ ਬਾਰ-ਬਾਰ ਵੀ ਜਾਰੀ ਰੱਖਿਓ ਇਹ ਜੰਗ, ਅਸੀਂ ਜ਼ਰੂਰ ਜਿੱਤਾਂਗੇ। ਸੋ ਲੱਗੇ ਰਹੋ, ਡਟੇ ਰਹੋ, ਇਹ ਜਿੱਤਿਆਂ ਜਿੱਤ ਹੋਣਾ। ਅਤੇ ਇੱਦਾਂ ਕਹਿ ਕੇ ਮੈਂ ਖਿਮਾ ਦਾ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਕਰਨਵੀਰ। ਸੋ ਜਿਹੜੀ ਇਹ ਅੱਜ ਆਪਾਂ ਇੱਥੇ ਇਕੱਠੇ ਹੋਏ, ਇਹ ਅਸੀਂ, ਮੈਨੂੰ ਇਸ ਚੀਜ਼ 'ਤੇ ਬੜਾ ਮਾਣ ਆ। ਇਹ ਪਿਛਲੇ 2 ਘੰਟੇ ਪਹਿਲਾਂ ਮਨ ਦੇ ਵਿੱਚ ਫੁਰਨਾ ਆਇਆ ਕਿ ਯਾਰ ਵੀ ਸ਼ੁੱਡ ਡੂ ਸਮਥਿੰਗ ਅਬਾਊਟ ਦਿਸ। ਅਤੇ ਜਿੰਨਿਆਂ ਕੁ ਨੂੰ 2 ਘੰਟੇ ਦੇ ਵਿੱਚ ਮੈਂ ਕਾਲ ਕਰ ਸਕਦਾ ਸੀਗਾ, ਅਤੇ ਜਿਹੜਾ ਵੀ ਬੰਦਾ ਮਿਸ਼ੀਗਨ ਦੇ ਵਿੱਚ ਵਿਦਿਨ 50 ਮਾਈਲ ਰੇਡੀਅਸ ਸੀਗਾ, ਉਹ ਇੱਥੇ ਜ਼ਰੂਰ ਆਇਆ। ਸੋ ਇਹ ਤੁਸੀਂ ਦੇਖ ਸਕਦੇ ਹੋ ਦਰਦ, ਕਿ ਕਿੰਨਾ ਦਰਦ ਆ ਸਾਡੇ ਵਿੱਚ ਕਿਸਾਨੀ ਦਾ, ਕਿ ਉੱਥੇ ਕੀ ਹੋ ਰਿਹਾ। ਇੱਕ ਵੀ ਇਨਸਾਨ ਇਹੋ ਜਿਹਾ ਨਹੀਂ ਕਿਸੇ ਨੂੰ ਖਾਣ ਪੀਣ ਵਾਲੀ ਜਗ੍ਹਾ 'ਤੇ ਸਾਰੇ ਆ ਜਾਂਦੇ ਆ, ਪਰ ਜੇ ਕਿਸੇ ਨੂੰ ਕਹੋ ਗੁਰਦੁਆਰਾ ਸਾਹਿਬ ਆਓ, ਅਤੇ ਉੱਥੇ ਆ ਕੇ ਆਪਾਂ ਇਸ ਸੋਸ਼ਲ ਕਾਜ਼ ਲਈ ਇਕੱਠੇ ਹੋਣਾ। ਲੈਸ 2 ਆਵਰਸ ਵਿੱਚ ਤਾਂ ਹਰ ਕੋਲੇ ਬਹਾਨਾ ਹੁੰਦਾ ਕਿ ਉਹ ਬਿਜ਼ੀ ਆ ਜਾਂ ਕਿਤੇ ਗਿਆ, ਪਰ ਇਹ ਕਿਸਾਨੀ ਦਾ ਮੁੱਦਾ ਇਹੋ ਜਿਹਾ ਕਿ ਇਹਦੇ ਲਈ ਹਰ ਇੱਕ ਬੰਦੇ ਨੂੰ, ਚਾਹੇ ਕਿਸੇ ਨੂੰ ਲਾਸਟ ਮਿੰਟ 'ਤੇ ਵੀ ਕਾਲ ਕੀਤੀ, ਯਾਰ ਕਿੱਥੇ ਆ, ਉਹ ਕਹਿੰਦਾ ਮੈਂ 2 ਮੀਲ ਆ, ਉਹਨੂੰ ਕਿਹਾ ਸਿੱਧਾ ਹੀ ਇੱਥੇ ਆ ਜਾ। ਇਸ ਗੱਲ ਲਈ ਅਸੀਂ ਇਕੱਠੇ ਹੋਏ ਹਾਂ ਅਤੇ ਉਹ ਪਹੁੰਚਿਆ ਇੱਥੇ। ਇਸ ਦਾ ਮਤਲਬ ਆ ਕਿ ਅਸੀਂ ਸਾਰੇ ਹੀ ਬੜੇ ਹੀ ਗੰਭੀਰਤਾ ਦੇ ਨਾਲ ਇਸ ਮੁੱਦੇ ਦੇ ਉੱਤੇ ਚਰਚਾ ਕਰਨਾ ਚਾਹੁੰਦੇ ਹਾਂ, ਹੈਲਪ ਕਰਨਾ ਚਾਹੁੰਦੇ ਹਾਂ। ਸੋ ਅਸੀਂ ਸਾਰੇ ਇੱਕ ਵਾਰ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਜਿਵੇਂ ਅੱਜ ਕੱਲ੍ਹ ਉੱਥੇ ਨਾਅਰਾ ਚੱਲ ਰਿਹਾ ਕਿਸਾਨ ਏਕਤਾ ਜ਼ਿੰਦਾਬਾਦ, ਉੱਥੇ ਕਿਸਾਨਾਂ ਨੇ ਆਪਣੀ ਏਕਤਾ ਦਿਖਾਤੀ। ਇੱਥੇ ਅਸੀਂ ਵੀ ਸਾਰੇ ਇੱਕ ਫੋਨ ਕਾਲ 'ਤੇ ਵਿਦਿਨ 2 ਆਵਰ ਸਾਰੇ ਇਕੱਠੇ ਹੋ ਗਏ। ਸੋ ਮੈਨੂੰ ਲੱਗਦਾ ਇਹ ਜਿਹੜਾ ਸੰਘਰਸ਼ ਆ ਇਹ ਹੁਣ ਅਜਾਈਂ ਨਹੀਂ ਜਾ ਸਕਦਾ, ਇਹਦਾ ਕੋਈ ਹੱਲ ਨਿਕਲੂਗਾ। ਕਿਉਂਕਿ ਜਦੋਂ
ਕੌਮ ਦੇ ਵਿੱਚ ਇੰਨਾ ਦਰਦ ਤੇ ਇੰਨੀ ਇਕੱਤਰਤਾ, ਇੰਨਾ ਇਕੱਠ ਹੋ ਜਾਵੇ, ਉਹ ਮੁੱਠੀ ਨੂੰ ਤੋੜਨਾ ਇੰਨਾ ਸੌਖਾ ਨਹੀਂ ਹੋਊਗਾ ਸਰਕਾਰ ਦੇ ਲਈ। ਸੋ ਇੰਨਾ ਕੁਝ ਕਹਿੰਦੇ ਹੋਏ ਕੋਈ ਹੋਰ ਵੀਰ ਭਰਾ ਕੁਝ ਕਹਿਣਾ ਚਾਹੁੰਦਾ ਹੋਵੇ ਤੇ ਆਪਾਂ ਮੇਰੇ ਖਿਆਲ ਨਾਲ ਇੱਕ ਕਿਸਾਨ ਏਕਤਾ ਜ਼ਿੰਦਾਬਾਦ ਦਾ ਨਾਅਰਾ ਲਾ ਕੇ ਇਸ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਤੇ ਅਸੀਂ ਜਦੋਂ ਵੀ ਸਾਨੂੰ ਪਤਾ ਲੱਗਿਆ ਕਿ ਇਸ ਜਗ੍ਹਾ ਤੇ ਸਾਡੀ ਲੋੜ ਆ ਤੇ ਅਸੀਂ ਸਾਰੇ ਹੀ ਉੱਥੇ ਜਿਸ ਤਰੀਕੇ ਨਾਲ ਵੀ ਹੋ ਸਕਿਆ ਜ਼ਰੂਰ ਪਹੁੰਚਾਂਗੇ। ਜੋ ਵੀ ਮਦਦ ਅਸੀਂ ਕਰ ਸਕਦੇ ਹੋਏ ਜ਼ਰੂਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਏਕਤਾ। ਥੈਂਕ ਯੂ।